ਦੇਸ਼ ਵਾਸੀਆਂ ਨੂੰ 15 ਅਗਸਤ ਮੌਕੇ ਦੇਸ਼ ਦੀ ਆਜ਼ਾਦੀ ਦੇ ਇਸ ਦਿਨ ਦੇ ਉੱਤੇ ਬਹੁਤ ਵਧਾਈ, ਬਹੁਤ ਮੁਬਾਰਕਬਾਦ। ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ। ਮੁੱਖ ਮੰਤਰੀ ਵੱਲੋਂ ਮਨਪ੍ਰੀਤ ਬਾਦਲ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਗਿਆ। ਕਸਟੋਡੀਅਨ ਖਜ਼ਾਨੇ ਨਾਲ ਖਿਲਵਾੜ ਕਰਦੇ ਰਹੇ। ਸਵਾਲ ਬਹੁਤਾ ਵੱਡਾ ਹੈ ਕਿ ਕੀ ਸੱਚਮੁੱਚ ਹੀ ਇੱਕ ਐਡਾ ਗੈਰ ਜ਼ਿੰਮੇਵਾਰਾਨਾ ਫੈਸਲਾ ਕੀਤਾ ਗਿਆ ਜਿਹੜਾ ਮੁੱਖ ਮੰਤਰੀ ਕਹਿ ਰਿਹਾ। ਤੁਹਾਡੇ ਨਾਲ ਸਾਂਝ ਪਾਉਂਦੇ ਆ। ਦੂਜਾ ਮੁੱਦਾ, ਕੀ ਪੰਜਾਬ ਇੱਕ ਵਾਰੀ ਫਿਰ ਹੜ੍ਹਾਂ ਦੀ ਮਾਰ ਥੱਲੇ ਆ? ਕਿੰਨਾ ਇਲਾਕਿਆਂ ਦੇ ਵਿੱਚ ਪੌਂਗ ਡੈਮ ਔਰ ਭਾਖੜਾ ਤੋਂ ਛੱਡਿਆ ਜਾਣ ਵਾਲਾ ਪਾਣੀ ਮਾਰ ਕਰੇਗਾ? ਕਿੰਨਾ ਕੁ ਨੁਕਸਾਨ ਹੋਣ ਦੀ ਸੰਭਾਵਨਾ ਹੈ? ਕ੍ਰਿਸ਼ਨ ਕੁਮਾਰ ਸੀਨੀਅਰ ਆਈਐਸ ਅਫਸਰ ਨਾਲ ਇੰਦਰਪ੍ਰੀਤ ਦੀ ਜਦੋਂ ਗੱਲ ਕਰਦੇ ਆ ਤਾਂ ਸਥਿਤੀ ਤੁਹਾਨੂੰ ਸਪਸ਼ਟ ਕਰਦੇ ਆ ਇਸ ਸੰਬੰਧ 'ਚ। ਤੀਜਾ ਮਾਮਲਾ ਵੀ ਬਹੁਤ ਅਹਿਮ ਆ। ਮਾਨਸੇ ਦੇ ਵਿੱਚ ਇੱਕ ਵਾਰੀ ਫਿਰ ਆਹਵਾਨ ਕੀਤਾ ਗਿਆ, ਤੁਹਾਨੂੰ ਯਾਦ ਹੋਣਾ, ਬੇਅਦਬੀ ਮਾਮਲਿਆਂ ਮੌਕੇ ਸੱਤਾਧਾਰੀ ਧਿਰ ਦੇ ਐਮਐਲਏਜ਼ ਔਰ ਮੰਤਰੀਆਂ ਦਾ ਪਿੰਡਾਂ 'ਚ ਵੜਨਾ ਬੰਦ ਕਰਤਾ ਗਿਆ ਸੀਗਾ। ਉਹਨਾਂ ਦਾ ਘਰਾਂ ਤੋਂ ਨਿਕਲਣਾ ਔਖਾ ਹੋ ਗਿਆ ਸੀ। ਇੱਕ ਵਾਰੀ ਫਿਰ ਉਸ ਤਰ੍ਹਾਂ ਦੀ ਆਵਾਜ਼ ਦਿੱਤੀ ਗਈ ਆ ਨਸ਼ੇ ਦੇ ਖਿਲਾਫ। ਕੀ ਸੱਤਾਧਾਰੀਆਂ ਦੇ ਐਮਐਲਏਜ਼ ਔਰ ਮੰਤਰੀਆਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਰੋਕ ਦਿੱਤਾ ਜਾਏਗਾ? ਬਹੁਤ ਅਹਿਮ ਸਵਾਲ ਆ। ਕੀ ਹੈ ਸੱਦਾ ਔਰ ਕੌਣ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਮੁਹਿੰਮ ਚਲਾਉਣ ਦੇ ਸਮਰੱਥ ਜਾਂ ਚਲਾ ਸਕਣਗੇ? ਅਗਲਾ ਮਾਮਲਾ, ਡੀਡੀਪੀਓ ਦੇ ਖਿਲਾਫ ਐਲਓਸੀ ਜਾਰੀ ਹੋ ਜਾਂਦੀ ਆ ਔਰ ਇਹਦੇ ਨਾਲ ਓਪੀ ਸੋਨੀ ਦੇ ਮਾਮਲੇ 'ਚ ਵੀ ਇੱਕ ਡਿਵੈਲਪਮੈਂਟ ਆ। ਕੱਲ ਰਕੇਸ਼ ਟਕੈਤ ਵਾਹਗਾ ਬਾਰਡਰ ਖੋਲਣ ਦੀ ਗੱਲ ਕਰ ਰਹੇ ਨੇ ਔਰ ਸੁਪਰੀਮ ਕੋਰਟ ਟੀਵੀ ਚੈਨਲਸ ਦੇ ਬਾਰੇ 'ਚ ਇੱਕ ਸਖਤ ਬਹੁਤ ਅਹਿਮ ਟਿੱਪਣੀ ਕਰ ਰਹੀ ਆ। ਤੇ ਆਖਰ ਦੇ ਵਿੱਚ ਇੱਕ ਹੋਰ ਖਬਰ ਦੇ ਨਾਲ ਤੁਰਨ ਤੋਂ ਪਹਿਲਾਂ ਮੈਂ ਇੰਦਰਪ੍ਰੀਤ ਜੀ ਔਰ ਭਾਸਕਰ ਜੀ ਨੂੰ ਜੀ ਆਇਆਂ ਆਖਦਾ ਹੈ ਔਰ ਗੱਲ ਕਰਦੇ ਆ ਸ਼ੁਰੂ ਇੰਦਰਪ੍ਰੀਤ ਜੀ ਤੋਂ। ਇੰਦਰਪ੍ਰੀਤ ਜੀ, ਜਿਹੜਾ ਮਾਮਲਾ ਮੁੱਖ ਮੰਤਰੀ ਨੇ ਉਠਾਤਾ ਹੈ, ਮਾਮਲਾ ਅਤ ਅਹਿਮ ਆ ਤੇ ਮਨਪ੍ਰੀਤ ਬਾਦਲ ਦੇ ਵਰਕਿੰਗ ਨਾਲ ਜੁੜਿਆ, ਉਹਨਾਂ ਦੇ ਦਾਅਵਿਆਂ ਨਾਲ, ਇਮਾਨਦਾਰੀ ਦੇ ਦਾਅਵਿਆਂ ਨਾਲ ਜੁੜਿਆ ਤੇ ਉਹਨਾਂ ਦੀ ਫੂਕ ਵੀ ਕੱਢਦਾ। ਤੇ ਜਿਨ੍ਹਾਂ ਵੱਲੋਂ ਇਹ ਲਫ਼ਜ਼ ਆ ਰਿਹਾ ਉਹ ਜ਼ਿੰਮੇਵਾਰ ਨੇ, ਮੁੱਖ ਮੰਤਰੀ ਨੇ, ਔਰ ਉਮੀਦ ਹੈ ਕਿ ਇੱਕ ਵੀ ਲਫ਼ਜ਼ ਗਲਤ ਨਹੀਂ ਹੋਊਗਾ। 57 ਕਰੋੜ ਰੁਪਏ ਦਾ ਸਿੱਧਾ ਕਥਿਤ ਘੁਟਾਲਾ ਮੰਨਿਆ ਜਾ ਰਿਹਾ। ਕਿ ਇਹਦੀ ਮੁੱਢਲੀ ਜਾਂਚ ਕਰ ਲਈ ਗਈ ਆ? ਇੱਕ ਵਾਰੀ ਸਾਂਝ ਪਾਓ ਸਾਰੇ ਮਾਮਲੇ ਨਾਲ। ਰੰਧਾਵਾ ਸਾਹਿਬ, ਦੇਖੋ, ਬਹੁਤ ਹੀ ਸੰਵੇਦਨਸ਼ੀਲ ਮਾਮਲਾ ਇਹ। ਜਿੱਥੇ ਤੱਕ ਮੈਨੂੰ ਜਿੰਨਾ ਕੁ ਮੈਂ ਪੜ੍ਹਿਆ ਔਰ ਮੈਂ ਸਮਝਿਆ, ਔਰ ਮੈਂ ਇਸ ਤੋਂ ਪਹਿਲਾਂ ਜਦੋਂ ਜਿਉਂ ਰੈਵਨਿਊ ਦੇ ਜਿੰਨੇ ਵੀ ਇਸ ਤਰ੍ਹਾਂ ਦੇ ਮਾਮਲੇ ਆਏ ਨੇ ਔਰ ਜਿੰਨਾ ਕੁ ਮੇਰੀ ਸਟੱਡੀ ਆ ਉਸ ਹਿਸਾਬ ਮੈਨੂੰ ਲੱਗਦਾ ਕਿ ਇਹ ਸਭ ਤੋਂ ਵੱਡਾ ਮਾਮਲਾ ਉਸ ਦਾ ਆਇਆ ਹੁਣ ਤੱਕ ਦਾ। ਕਿਉਂਕਿ ਇਸ ਤੋਂ ਪਹਿਲਾਂ ਇਹ ਤਾਂ ਹੁੰਦੇ ਸੀ ਵੀ 2-4 ਕਰੋੜ ਰੁਪਏ ਦੇ ਨਕਲੀ ਸਟੈਂਪ ਪੇਪਰ ਛੱਡ ਕੇ ਤੇ ਸਰਕਾਰ ਨੂੰ ਘਾਟਾ ਹੋ ਗਿਆ। ਇਸ ਤਰ੍ਹਾਂ ਦੇ ਤਾਂ ਬਹੁਤ ਸਾਰੇ ਤੇਲਗੀ ਮਾਮਲਾ ਹੋਰ ਆਪਣੇ ਇੱਥੇ ਪੰਜਾਬ 'ਚ ਵੀ ਚੱਲਿਆ ਸੀ। ਇੱਦਾਂ ਦੇ ਮਾਮਲੇ ਕਈਆਂ ਦੇ ਸਟੈਂਪ ਜਿਹੜੇ ਵੈਂਡਰਸ ਨੇ ਉਹਨਾਂ ਦੇ ਲਾਇਸੈਂਸ ਕੈਂਸਲ ਕੀਤੇ ਸੀਗੇ, ਉਹ ਤਾਂ ਚੱਲਦੇ ਸੀ ਇੱਕ ਸੈਪਰੇਟ। ਪਰ ਸਰਕਾਰ ਦੇ ਵਿੱਚ ਰਹਿ ਕੇ ਇੱਕ ਫਾਈਨਾਂਸ ਮਿਨਿਸਟਰ ਜਾਂ ਸਰਕਾਰ ਜਦੋਂ ਇਹ ਡਿਸੀਜਨ ਲੈਂਦੀ ਹੈ ਕਿ ਜੀ ਹੁਣ ਅੱਗੇ ਤੋਂ ਸਟੈਂਪ ਪੇਪਰ ਦੀ ਬਜਾਏ ਸਟੈਂਪ ਪੇਪਰ ਚੱਲਣਗੇ, ਉਹਦਾ ਮਕਸਦ ਲਈ ਇਹੀ ਹੁੰਦਾ ਕਿ ਜਿਹੜੇ ਇਸ ਨੂੰ ਕਰੋੜਾਂ ਰੁਪਈਆ ਉੱਥੇ ਖਰਚਣਾ ਪੈਂਦਾ, ਇੱਕ ਤਾਂ ਉਹ ਬਚ ਜਾਏਗਾ, ਇੱਕ ਨਕਲੀ ਦਾ ਕੰਮ ਵੀ ਖਤਮ ਹੋ ਜਾਏਗਾ। ਨਕਲੀ ਨਹੀਂ ਬਣ ਪਾਣਗੇ, ਜਿਨ੍ਹਾਂ ਕੋਲੇ ਲਾਇਸੈਂਸ ਆ ਉਹੀ ਇੱਕ ਜਾਰੀ ਕਰ ਪਾਣਗੇ। ਹੁਣ ਦਿੱਕਤ ਇਹ ਹੈ ਕਿ ਉਹ ਫੈਸਲਾ ਇੱਕ ਪਾਸੇ ਅਸੀਂ ਲਿੱਤਾ, ਨਾਲ ਦੀ ਨਾਲ ਅਸੀਂ 1260 ਕਰੋੜ ਰੁਪਏ ਦਾ ਇੱਕ ਆਰਡਰ ਵੀ ਦੇਤਾ ਕਿ ਇੰਨੇ ਦੇ ਆਣ, ਉਸ ਜਿਸ 57 ਕਰੋੜ ਰੁਪਏ ਸਿਰਫ ਛਪਾਈ ਦਾ ਖਰਚਾ ਹੈ। ਤੁਸੀਂ ਦੇਖੋ ਵੀ ਐਡੀ ਵੱਡੀ ਅਮਾਊਂਟ। ਮੈਂ ਮਨਪ੍ਰੀਤ ਬਾਦਲ ਹੋਰਾਂ ਨੂੰ ਬਹੁਤ ਵਾਰ ਕਹਿੰਦੇ ਹੋਏ ਸੁਣਿਆ ਕਿ ਜੀ ਜੇ ਤੁਸੀਂ ਸਿਰਫ 300 ਕਰੋੜ ਦੀ ਸਬਸਿਡੀ ਬੰਦ ਕਰ ਦੋ ਨਾ ਜੀ, ਤਾਂ ਮੈਂ ਸਾਰੇ ਸਕੂਲਾਂ ਦੇ ਟੀਚਰ ਭਰਤੀ ਕਰ ਸਕਦਾ। ਜੇ 500 ਕਰੋੜ ਦੀ ਕਰ ਦੋ ਤਾਂ ਮੈਂ ਸਾਰੇ ਡਾਕਟਰ ਭਰਤੀ ਕਰ ਸਕਦਾ। ਤਾਂ ਮਨਪ੍ਰੀਤ ਜੀ ਜਦੋਂ ਉੱਥੇ ਵੱਡੇ ਬੋਰਡ ਲਗਾਉਂਦੇ ਸੀ ਵੀ ਮੈਂ ਚਾਹ ਨਹੀਂ ਪੁੱਛ ਸਕਦਾ ਕਿਉਂਕਿ ਇਹਦੇ ਨਾਲ ਵੀ ਬਚਤ ਹੁੰਦੀ ਹੈ, ਤਾਂ ਆਹੇ ਜਿਹੜੇ 58 ਕਰੋੜ ਰੁਪਏ ਦਾ ਇੱਕੋ ਝਟਕੇ 'ਚ ਨੁਕਸਾਨ ਹੋ ਗਿਆ ਤੇ ਉਹਨੂੰ ਜਿਹੜਾ ਮਤਲਬ ਹੁਣ ਲੈ ਕੇ ਆਣ ਤੇ 60 ਲੱਖ ਰੁਪਏ ਖਰਚ ਕਰਨਾ ਹੈ, ਇਹਦੀ ਵਾਕਈ ਜਵਾਬਦੇਹੀ ਤਾਂ ਬਣਦੀ ਹੈ ਔਰ ਕਿਸੇ ਨੂੰ ਇਹਦਾ ਜਵਾਬਦੇਹੀ ਤੈਅ ਕਰਨੀ ਬਣਦੀ ਹੈ। ਇਹ ਨਹੀਂ ਹੋਊਗਾ ਕਿ ਆਪਾਂ ਸਿਰਫ ਮੁੱਖ ਮੰਤਰੀ ਨੇ ਉੱਥੇ ਸਟੇਜ ਤੇ ਖੜ ਕੇ ਲੋਕਾਂ ਦੇ ਸਾਹਮਣੇ ਅਨਾਉਂਸ ਕਰਤਾ। ਲੋਕਾਂ ਦੇ ਸਾਹਮਣੇ ਅਨਾਉਂਸ ਕਰਨ ਦਾ ਮਤਲਬ ਹੁੰਦਾ ਕਿ ਤੁਸੀਂ ਫਿਰ ਸਿਰਫ ਪੋਲੀਟੀਕਲ ਗੇਮ 'ਚੋਂ, ਮੈਂ ਚਾਹੁੰਦਾ ਵੀ ਇਹਦੇ ਵਿੱਚ ਜਵਾਬਦੇਹੀ ਤੈਅ ਹੋਵੇ ਕਿ ਕੌਣ ਲਊਗਾ ਇਹਦੀ। ਉਹ ਠੀਕ ਗੱਲ ਕਹਿ ਰਿਹਾ ਵੀ ਇਹ ਜਿਹੜੇ ਹੁਣ 57-58 ਕਰੋੜ ਦਾ ਜੋ ਘਾਟਾ ਹੈਗਾ, ਇਹ ਕਿਹੜੇ ਕਿੰਨੂੰ ਵੇਚ ਕੇ ਪੂਰਾ ਕੀਤਾ ਜਾਊਗਾ। ਇਹਦਾ ਮਤਲਬ ਹੈ ਕਿ ਮਨਪ੍ਰੀਤ ਬਾਦਲ ਹੋਰਾਂ ਤੇ ਇੱਕ ਕੇਸ ਹੋਰ ਦਾਗਣ ਦੀ ਤਿਆਰੀ ਤਾਂ ਮੈਨੂੰ ਲੱਗਦਾ ਕਿ ਭਗਵੰਤ ਮਾਨ ਹੋਰਾਂ ਨੇ ਕਰ ਲਈ ਹੈ। ਪਰ ਉਸ ਤੋਂ ਪਹਿਲਾਂ ਪਬਲਿਕ ਦੇ ਵਿੱਚ ਉਹ ਜਿਹੜਾ ਉਹਨਾਂ ਨੂੰ ਇੱਕ ਸਕੋਰਿੰਗ, ਪਬਲਿਕ ਦੇ ਵਿੱਚ ਜਿਹੜੀ ਸਕੋਰਿੰਗ ਹੁੰਦੀ ਹੈ ਉਹ ਵੀ ਕਰਨਾ ਭੁੱਲੇ ਨਹੀਂ ਹੈਗੇ।
ਬਹੁਤ ਅਹਿਮ ਮਾਮਲਾ ਔਰ ਇਹਦੀ ਜਾਂਚ ਹੋਣੀ ਚਾਹੀਦੀ ਹੈ। ਕੱਲੀ ਜਾਂਚ ਨਹੀਂ, ਇਹਦੀ ਜਵਾਬਦੇਹੀ ਵੀ ਤੈਅ ਹੋਣੀ ਚਾਹੀਦੀ ਹੈ। ਪਾਸਟਰ ਸਾਹਿਬ, ਜਵਾਬਦੇਹੀ ਨਹੀਂ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਔਰ ਜਾਂਚ ਤੋਂ ਬਾਅਦ ਜੇਕਰ ਉਹ ਗਿਲਟੀ ਪਾਏ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਐਸੇ ਵਿਅਕਤੀ ਦੇ ਦੁਬਾਰਾ ਇਲੈਕਸ਼ਨ ਲੜਨ ਤੇ ਪਾਬੰਦੀ ਹੋਣੀ ਚਾਹੀਦੀ ਹੈ। ਜਿਹੜਾ ਵਿਅਕਤੀ ਦਾਅਵਾ ਕਰੇ ਸਭ ਤੋਂ ਇਮਾਨਦਾਰ ਹੋਣ ਦਾ ਤੇ ਬਾਅਦ ਦੇ ਵਿੱਚ ਉਹਦੀ ਹਿਫਾਜ਼ਤ ਦੇ ਵਿੱਚ ਇਹ ਖਜ਼ਾਨੇ ਦਾ ਹਾਲ ਹੋ ਰਿਹਾ ਹੋਵੇ, ਜੇ ਇਹ ਸੱਚ ਹੈ। ਕਿਉਂਕਿ ਮੁੱਖ ਮੰਤਰੀ ਦੀ ਜ਼ੁਬਾਨ ਨੂੰ ਅਸੀਂ ਹਮੇਸ਼ਾ ਇੰਨੀ ਵਕਤ ਤਾਂ ਦਿੰਨੇ ਆ ਕਿ ਉਹ ਜੋ ਵੀ ਕਹਿ ਰਹੇ ਹੋਣਗੇ ਤੱਥਾਂ ਤੇ ਕਹਿ ਰਹੇ ਹੋਣਗੇ। ਅਸੀਂ ਇਹਦੇ ਬਿਲਕੁਲ ਕੋਈ ਜਾਂਚ ਨਹੀਂ ਕੀਤੀ, ਕਿਸੇ ਅਧਿਕਾਰੀ ਨਾਲ ਗੱਲ ਨਹੀਂ ਕੀਤੀ, ਕਿਉਂਕਿ ਮੁੱਖ ਮੰਤਰੀ ਪਬਲਿਕ ਜੀਵਨ ਦੇ ਵਿੱਚ ਇੱਕ ਸਟੇਜ ਤੋਂ ਬੋਲ ਰਹੇ ਆ। ਉਹਨਾਂ ਨੂੰ ਪਤਾ ਹੈ ਕਿ ਇਹਦੇ ਕੌਨਸੀਕੁਐਂਸਸ ਉਹਨਾਂ ਨੂੰ ਭੁਗਤਣੇ ਪੈ ਸਕਦੇ ਜੇ ਉਹ ਗਲਤ ਹੋਏ। ਦਾ ਮਤਲਬ ਉਹ ਗਲਤ ਨਹੀਂ ਹੈ। ਇਹ ਮਾਮਲਾ ਸਿਰਫ ਇੰਨਾ ਕਿਹਾ ਕਿ ਉਹ 57.46 ਜਾਂ 57.66 ਕਰੋੜ ਦੇ ਵਿੱਚ ਥੋੜੇ ਫਿਸਲੇ ਸੀਗੇ। ਮਾਮਲਾ ਇਹਦੇ 'ਚ ਜੇ ਇੰਨਾ ਹੀ ਹੈ ਤਾਂ ਫਿਰ ਮਨਪ੍ਰੀਤ ਬਾਦਲ ਨੂੰ ਜਨਤਕ ਜੀਵਨ ਦੇ ਵਿੱਚ ਮਾਫੀ ਮੰਗਣੀ ਪਊਗੀ ਲੋਕਾਂ ਕੋਲੋਂ ਆ ਕੇ, ਔਰ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਬਣਦੀ ਹੈ। ਕੀ ਕਹਿੰਦੇ ਜੀ? ਬਿਲਕੁਲ, ਇਹ ਡਿਸੀਜਨ ਜਿਸ ਤਰੀਕੇ ਨਾਲ ਲੱਗਦਾ ਹੈ ਕਿ 1266 ਕਰੋੜ ਦੇ ਸਟੈਂਪ ਪੇਪਰ, ਉਹ ਵੀ ਤਦ ਜਦ ਈ ਸਟੈਂਪਿੰਗ ਆਲਰੇਡੀ ਸਿਸਟਮ ਸ਼ੁਰੂ ਹੋ ਚੁੱਕਿਆ ਸੀਗਾ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈਗੀ ਹੈ, ਉਸ ਵਕਤ ਦੇ ਫਾਈਨੈਂਸ ਸੈਕਟਰੀ, ਯਾਨੀ ਜਿਹੜੇ ਐਡਮਿਨਿਸਟ੍ਰੇਟਿਵ ਕੰਟਰੋਲ ਸੀਗਾ ਜਿਨ੍ਹਾਂ ਦੇ ਕੋਲ ਫਾਈਨੈਂਸ ਦਾ, ਉਹਨਾਂ ਨੇ ਵੀ ਇਸ ਗੱਲ ਦੀ ਇਜਾਜ਼ਤ ਦਿੱਤੀ ਸੀ। ਉਹਨਾਂ ਨੇ ਰੋਕਿਆ ਕਿਉਂ ਨਹੀਂ? ਯਾਨੀ ਇਹ 1266 ਕਰੋੜ ਦੇ ਅਗਰ ਸਾਰੇ ਸਟੈਂਪ ਪੇਪਰ ਮਨਪ੍ਰੀਤ ਬਾਦਲ ਦਾ ਇੰਡੀਵਿਜੂਅਲ ਫੈਸਲਾ ਸੀਗਾ ਤੇ ਇਹਦੇ ਉੱਤੇ ਉਸ ਟਾਈਮ ਦੇ ਬਿਊਰੋਕਰੈਟਸ ਨੂੰ ਵੀ ਆਬਜੈਕਸ਼ਨ ਲਾਉਣਾ ਚਾਹੀਦਾ ਸੀ। ਕਰ ਕੀ ਰਹੇ ਹੋ ਤੁਸੀਂ? ਅਸੀਂ ਈ ਸਟੈਂਪਿੰਗ ਸ਼ੁਰੂ ਕਰਤੀ ਔਰ ਇਹ ਤੁਸੀਂ ਨਾਸਿਕ ਦੇ ਵਿੱਚ ਕਿਉਂ ਤੁਸੀਂ ਇਹਦੀ ਪ੍ਰਿੰਟਿੰਗ ਵਾਸਤੇ ਭੇਜ ਰਹੇ ਹੋ? ਇਹ ਇੱਕ ਵੱਡਾ ਸਵਾਲ ਹੈ, ਕਿਉਂਕਿ ਉਂਗਲੀ ਮੁੱਖ ਮੰਤਰੀ ਨੇ ਮਨਪ੍ਰੀਤ ਬਾਦਲ ਉਹਨਾਂ ਤੇ ਉਠਾਈ ਹੈ, ਪਰ ਉਸ ਵਕਤ ਦੇ ਬਿਊਰੋਕਰੈਟਸ ਉਹ ਕੀ ਕਰ ਰਹੇ ਸੀ? ਉਸ ਤਰੀਕੇ ਦੇ ਬਿਊਰੋਕਰੈਟਸ ਨੂੰ ਵੀ ਉਹਨਾਂ ਦਾ ਵੀ ਨਾਮ ਉਜਾਗਰ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਇਸ ਡਿਸੀਜਨ ਨੂੰ ਕਿਸੇ ਵੀ ਤਰੀਕੇ ਨਾਲ ਕੈਰੀ ਫਾਰਵਰਡ ਕੀਤਾ। ਜੀ ਕੁਝ ਕਹਿ ਰਹੇ ਸੀਗੇ ਤੁਸੀਂ? ਮੈਂ ਬਸ ਤੁਹਾਡੀ ਗੱਲ ਠੀਕ ਹੈ। ਮੈਨੂੰ ਇਹ ਲੱਗਦਾ ਕਿ ਇਹ ਵੀ ਸਪਸ਼ਟ ਹੋਣਾ ਚਾਹੀਦਾ ਹੈ ਕਿ ਇਹ ਮਾਮਲਾ ਰੈਵਨਿਊ ਦਾ ਹੈ ਜਾਂ ਫਾਈਨਾਂਸ ਦਾ ਹੈ, ਕਿਉਂਕਿ ਜਿਹੜਾ ਆਰਡਰਸ ਕਰਦੇ ਹੁੰਦੇ ਆ ਉਹ ਰੈਵਨਿਊ ਡਿਪਾਰਟਮੈਂਟ ਕਰਦਾ ਹੈ। ਔਰ ਇਹ ਵੀ ਮੈਨੂੰ ਲੱਗਦਾ ਕਿ ਇੱਕ ਉਹ ਵੀ ਜਾਂਚ ਦੇ ਘੇਰੇ 'ਚ ਆਉਣੇ ਚਾਹੀਦੇ ਆ। ਜਿਹਨੇ ਵੀ ਇਹ ਆਰਡਰ ਕੀਤਾ ਹੈਗਾ ਉਹਨਾਂ ਨੂੰ ਵੀ ਇਹ ਜਾਂਚ ਦੇ ਘੇਰੇ 'ਚ ਲੈਣ, ਕਿਉਂਕਿ ਇਹ ਡਿਪਾਰਟਮੈਂਟ ਵੀ ਬਚ ਨਹੀਂ ਸਕਦਾ, ਕਿਉਂਕਿ ਰੈਵਨਿਊ ਦਾ ਜੋ ਵੀ ਚੀਜ਼ ਮੰਗਾਣੀ ਹੈ ਉਹਦੇ ਆਰਡਰਸ FCR ਕਰਦਾ ਹੈ। ਕੀ FCR ਵੀ ਜ਼ਿੰਮੇਵਾਰ ਹੈ ਇਹਦੇ ਲਈ? ਪਰ ਇੰਦਰਪ੍ਰੀਤ ਜੀ, ਇੱਕ ਹੋਰ ਸਵਾਲ ਹੈ ਕਿ 1 2 4 10 ਕਰੋੜ ਤੱਕ ਦੀ ਵੀ ਪ੍ਰਵਾਨਗੀ ਮਨਪ੍ਰੀਤ ਬਾਦਲ ਕੋਲ ਕੇਸ ਜਾਏ ਬਿਨਾਂ ਉਹਨਾਂ ਦਿਨਾਂ 'ਚ ਨਹੀਂ ਸੀ ਮਿਲਦੀ। ਈਵਨ ਮੁੱਖ ਮੰਤਰੀ ਵੀ ਕੋਈ ਫੈਸਲਾ ਲੈਣ ਲੱਗਿਆ ਫਾਈਨਾਂਸ ਵਿਭਾਗ ਤੋਂ ਪੁੱਛਦੇ ਸੀ, ਔਰ ਮੁੱਖ ਮੰਤਰੀ ਦਫ਼ਤਰ ਦੀਆਂ ਫਾਈਲਾਂ ਵੀ ਫਸੀਆਂ ਰਹਿੰਦੀਆਂ ਸੀ ਮਨਪ੍ਰੀਤ ਕੋਲੋਂ। ਉਹ ਬਹੁਤ ਇਹਨਾਂ ਮਾਮਲਿਆਂ ਔਰ ਦੇ ਇਹ ਵਿੱਚ ਜ਼ਰੂਰੀ ਵੀ ਹੈ ਰੰਧਾਵਾ ਸਾਹਿਬ, ਇਹ ਜ਼ਰੂਰੀ ਵੀ ਹੈ ਕਿ ਅਗਰ ਕੋਈ ਚੀਜ਼ ਦੇ ਉੱਤੇ ਪੈਸਾ ਖਰਚ ਕੀਤਾ ਜਾਣਾ ਹੈ ਉਹਦੀ FD ਅਪਰੂਵਲ ਦਿੰਦਾ ਹੈ ਕਿ ਹਾਂ ਇਹ ਲੈ ਲਓ ਜਾਂ ਨਹੀਂ ਲੈ ਲਓ, ਜੋ ਵੀ ਹੈ ਉਹਦੀ ਟਿੱਪਣੀ ਜ਼ਰੂਰ ਹੁੰਦੀ ਹੈ। ਤਾਂ ਹੀ ਆਪਾਂ ਇਹ ਕਹਿੰਦੇ ਹੁੰਦੇ ਹਾਂ ਵੀ FD ਤੋਂ ਮਨਜ਼ੂਰੀ ਲੈ ਲਈ ਹੈ, ਹੁਣ ਤੁਸੀਂ ਖਰਚ ਕਰ ਸਕਦੇ ਹੋ। ਸੋ ਇਹ ਇੱਕ ਵੱਡਾ ਇਸ਼ੂ ਹੈ ਜਿਹਦੇ ਤੇ ਇਹ ਜਾਂਚ ਹੋਣੀ ਬਣਦੀ ਹੈ ਕਿ ਫਾਈਨਾਂਸ ਡਿਪਾਰਟਮੈਂਟ ਨੇ ਅਗਰ ਇਹ ਅਪਰੂਵਲ ਦਿੱਤੀ ਹੈ ਤਾਂ ਉਹਨੇ ਕਿਵੇਂ ਦਿੱਤੀ ਹੈ। ਹਾਂ, ਔਰ ਮੋਰ ਓਵਰ ਇਸ ਫੈਸਲੇ ਨੂੰ ਲੈਣ ਵੇਲੇ ਕੀ ਈ ਸਟੈਂਪਿੰਗ ਦਾ ਫੈਸਲਾ ਹੋ ਚੁੱਕਿਆ ਸੀ ਜਾਂ ਕੁਝ ਦਿਨ ਪਹਿਲਾਂ ਵੀ ਜੇਕਰ ਇਸ ਤਰ੍ਹਾਂ ਦਾ ਕੋਈ ਆਰਡਰ ਨਾਸਿਕ ਨੂੰ ਗਿਆ ਸੀ ਤਾਂ ਈ ਸਟੈਂਪਿੰਗ ਦਾ ਫੈਸਲਾ ਆਉਣ ਤੇ ਉਹ ਛਪਾਈ ਰੋਕੀ ਕਿਉਂ ਨਾ ਗਈ? ਕਿਹਨੇ ਰੋਕਣੀ ਸੀ? ਜੇਕਰ ਇਹ ਸਾਰੇ ਮਾਮਲੇ ਨੇ ਤਾਂ ਹੁਣ ਕੀ ਉਹ ਅਫੀਸਰ ਰਿਟਾਇਰ ਹੋ ਚੁੱਕੇ ਆ ਜਾਂ ਸਰਵਿੰਗ ਨੇ? ਉਹਨਾਂ ਦੀ ਹਫ਼ਤੇ ਜਾਂ 10 ਦਿਨਾਂ ਦੇ ਵਿੱਚ ਟਾਈਮ ਬਾਉਂਡ ਕਰਕੇ ਜਵਾਬ ਤਲਬੀ ਹੋਣੀ ਚਾਹੀਦੀ ਹੈ ਤੇ ਫਿਕਸ ਹੋਣਾ ਚਾਹੀਦਾ ਸਾਰਾ ਕੁਝ। ਉਸ ਤੋਂ ਅੱਗੇ ਫਿਰ ਕ੍ਰਿਮੀਨਲ ਕੇਸ ਦਰਜ ਕਰਕੇ ਮੈਨੂੰ ਲੱਗਦਾ ਕਿ ਇਹਦੇ ਚ ਬੁੱਕ ਕੀਤੇ ਜਾਣੇ ਚਾਹੀਦੇ ਬੰਦੇ। ਜੀ ਭਾਸਕਰ ਸਾਹਿਬ, ਇਹ ਤੇ ਇਸ ਤਰੀਕੇ ਦਾ ਫੈਸਲਾ ਲੱਗਦਾ ਜਿਸ ਤਰੀਕੇ ਨਾਲ ਨੋਟਬੰਦੀ ਹੋਈ ਸੀ ਤੇ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਸੀ ਗਏ ਸੀ, ਔਰ ਉਸ ਤੋਂ ਬਾਅਦ RBI ਉਹਨਾਂ ਹੀ ਨੋਟਾਂ ਨੂੰ ਛਾਪਣ ਦਾ ਹੁਕਮ ਦਿੰਦਾ ਹੈ। ਇਹ ਬਿਲਕੁਲ ਅਜੀਬ ਜਿਹਾ ਫੈਸਲਾ, ਔਰ ਇਹਦੇ ਪਿੱਛੇ ਵੱਡੀ ਕਨਸਪੀਰੇਸੀ ਹੋ ਸਕਦੀ ਹੈ। ਮਨਪ੍ਰੀਤ ਬਾਦਲ ਤੇ ਆਪਣੀ ਰਿਸਪੌਂਸਿਬਿਲਿਟੀ ਤੋਂ, ਆਪਣੀ ਜਵਾਬਦੇਹੀ ਤੋਂ ਬਚ ਨਹੀਂ ਸਕਦੇ, ਪਰ ਨਾਲ ਦੇ ਨਾਲ ਇਹ ਕਲੈਕਟਿਵ ਇਸ਼ੂ ਹੈਗਾ ਜਿਸ ਦੀ ਜ਼ਿਕਰ ਅਸੀਂ ਕਰਕੇ ਵੀ ਹਟੇ ਹਾਂ ਕਿ ਉਸ ਟਾਈਮ ਦੇ ਜਿਹੜੇ ਬਿਊਰੋਕਰੈਟ ਸੀਗੇ ਜਿਨ੍ਹਾਂ ਨੇ ਇਸ ਆਰਡਰ ਨੂੰ ਅੱਗੇ ਵਧਾਉਣਾ ਹੁੰਦਾ ਹੈ, ਕਿਉਂਕਿ ਮਨਪ੍ਰੀਤ ਬਾਦਲ ਬਤੌਰ ਮੰਤਰੀ ਖੁਦ ਆਰਡਰ ਨਹੀਂ ਕਰਦੇ ਕਿ ਵੀ ਜੇ ਇਹ 1266 ਕਰੋੜ ਰੁਪਏ ਦੇ ਸਟੈਂਪ ਪੇਪਰ ਮੇਰੇ ਕਹਿਣ ਤੇ ਛਾਪ ਦੇਣੇ ਚਾਹੀਦੇ ਆ। ਇਹ ਸਾਰਾ ਇੱਕ ਗੱਲ ਤੇ ਬੜੀ ਇੱਕ ਅਜੀਬ ਜੀ ਹੈਗੀ ਹੈ, ਔਰ ਇਹਦੇ ਉੱਤੇ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਜੋ ਵੀ ਰਿਸਪੌਂਸਿਬਲ ਸੀਗੇ ਉਹਨਾਂ ਤੋਂ 60 ਕਰੋੜ ਰੁਪਏ ਦੀ ਜਾਂ 64 ਕਰੋੜ ਰੁਪਏ ਜਿਹੜੇ ਲਿਆਉਣ ਦੇ ਉਹਨੂੰ ਲੱਗਣੇ ਨੇ,
60 ਕਰੋੜ ਰੁਪਏ ਦਾ ਤੇ ਖਰਚਾ, 64 ਲੱਖ ਰੁਪਏ ਉਹਨੂੰ ਲਿਆਉਣ ਦੇ ਟ੍ਰੇਨ ਤੋਂ ਲੱਗਣੇ ਨੇ। ਉਹ ਸਾਰੇ ਪੈਸੇ ਔਰ ਅੱਗ ਲਾਣੀ ਹੈ ਉੱਥੇ ਜਾ ਕੇ, ਅੱਗ ਉੱਥੇ ਲਾ ਦੇਣ। ਪਰ ਉਸ ਅੱਗ ਲੱਗਣ ਤੋਂ ਪਹਿਲੇ ਇਹਦੀ ਇਨਵੈਸਟੀਗੇਸ਼ਨ ਜ਼ਰੂਰੀ ਹੈ, ਤਾਂ ਕਿ ਹਜੇ ਧੂਆਂ ਖਤਮ ਵੀ ਨਾ ਹੋਏ ਤੇ ਘੱਟ ਤੋਂ ਘੱਟ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏ। ਭਾਸਕਰ ਸਾਹਿਬ, ਲਿਆਉਣੇ ਇਸ ਕਰਕੇ ਜ਼ਰੂਰੀ ਆ ਕਿਉਂਕਿ ਉਹ ਕੱਲ ਨੂੰ ਕੇਸ ਦਾ ਹਿੱਸਾ ਹੋਣਗੇ, ਨੰਬਰ 1। ਨਹੀਂ ਰੰਧਾਵਾ ਸਾਹਿਬ, ਮੇਰਾ ਜੀ ਇੱਕ ਵਿਊ ਪੁਆਇੰਟ ਇਹ ਹੈਗਾ, ਉਹਨਾਂ ਨੂੰ ਉਹਨੂੰ ਸਟਾਕ ਦੇ ਵਿੱਚ ਦਿਖਾਉਣ ਲਈ ਵੀ, ਕਿਉਂਕਿ ਪੇਮੈਂਟ ਹੋਈ ਆ, ਸਟਾਕ 'ਚ ਉਹਨਾਂ ਦੀ ਐਂਟਰੀ ਵੀ ਹੋਣੀ ਆ। ਵੱਖਰੀ ਗੱਲ ਹੈ ਬਾਅਦ ਦੇ ਵਿੱਚ ਜ਼ਿੰਮੇਵਾਰੀ ਫਿਕਸ ਹੋਵੇ, ਇੱਕ ਵਾਰੀ ਉਹ ਆਉਣੇ ਹੀ ਆ, ਲਿਆਉਣੇ ਪੈਣੇ ਆ ਜੀ। ਇੰਦਰਪ੍ਰੀਤ ਜੀ, ਮੈਂ ਇਹਦੇ 'ਚ ਇੱਕ ਸਿਰਫ ਸਿੰਗਲ ਲਾਈਨ ਇਹ ਕਹਿਣਾ ਚਾਹੂੰਗਾ ਕਿ ਨੋ ਡਾਊਟ ਮੁੱਖ ਮੰਤਰੀ ਕੱਚੀਆਂ ਗੋਲੀਆਂ ਨਹੀਂ ਖੇਡੇ, ਉਹਨਾਂ ਨੇ ਇਨਫੋਰਮੇਸ਼ਨ ਲੈ ਕੇ ਕੱਲ ਦਾ ਦਿਨ ਚੁਣਿਆ ਹੋਊਗਾ ਇਹ ਹਮਲਾ ਬੋਲਣ ਲਈ। ਇਹਦਾ ਮਤਲਬ ਹੈ ਕਿ ਮਨਪ੍ਰੀਤ ਬਾਦਲ ਦਾ ਰੋਲ ਪਹਿਲਾਂ ਕਸ਼ੀਦ ਲਿਆ ਗਿਆ ਹੋਊਗਾ ਕਿ ਕਿਤੇ ਨਾ ਕਿਤੇ ਹੈਗਾ, ਤਾਂ ਹੀ ਹਮਲਾ ਬੋਲਿਆ ਗਿਆ, ਨਹੀਂ ਤੇ ਹਮਲਾ ਕਿਤੇ ਹੋਰ ਹੁੰਦਾ। ਜੀ ਜੀ ਮੈਂ ਸਿਰਫ ਇਹ ਕਹਿ ਰਿਹਾ ਸੀਗਾ ਕਿ ਮੁੱਖ ਮੰਤਰੀ ਜਿਨ੍ਹਾਂ ਦੇ ਉੱਤੇ ਦੇਖੋ ਕੋਈ ਬੈਗੇਜ ਨਹੀਂ ਹੈ, ਮੈਂ ਆਪਾਂ ਕੱਲ ਵੀ ਇਹ ਗੱਲ ਕਰ ਰਹੇ ਸੀ ਵੀ ਉਹ ਸਭ ਤੋਂ ਜ਼ਿਆਦਾ ਲੀਡ ਲੈ ਸਕਦੇ ਆ ਇਹਨਾਂ ਮਾਮਲਿਆਂ 'ਚ, ਸਭ ਤੋਂ ਜ਼ਿਆਦਾ ਲੀਡ ਲੈ ਸਕਦੇ ਆ ਕਿਉਂਕਿ ਉਹਨਾਂ ਕੋਲ ਕੋਈ ਬੈਗੇਜ ਨਹੀਂ, ਉਹ ਜਿਹਦੇ ਮਰਜ਼ੀ ਖਿਲਾਫ ਉਂਗਲੀ ਉਠਾ। ਇਸ ਤਰ੍ਹਾਂ ਦੇ ਅਗਰ ਕੇਸ ਜਿਹੜੇ ਹੈਗੇ ਆ ਉਹ ਲੋਕਾਂ ਦੇ ਸਾਹਮਣੇ ਲਿਆਤੇ ਜਾਣ ਤਾਂ ਹੀ ਉਹ ਕਹਿ ਸਕਣਗੇ, ਜਿਹੜੀ ਉਹ ਬਾਰ-ਬਾਰ ਕਰਦੇ ਆ ਨਾ ਕਿ ਐਕਸਪੀਰੀਅੰਸ ਦੀ ਲੋੜ ਨਹੀਂ, ਨੀਅਤ ਸਾਫ਼ ਹੋਣ ਦੀ ਲੋੜ ਹੈ, ਤਾਂ ਉਹਨਾਂ ਦੀ ਇਹ ਗੱਲ ਸਪਸ਼ਟ ਹੋਊਗੀ ਕਿ ਹਾਂ ਦੇਖੋ ਇਹ ਭਗਵੰਤ ਮਾਨ ਨੇ ਇੱਕ ਟੈਨਿਓਰ ਉਹਨਾਂ ਨੂੰ ਜਿਹੜੀ ਮਿਲੀ ਹੈ ਉਹਦੇ 'ਚ ਕਿੰਨੇ ਸਾਰੇ ਕੇਸ ਉਹਨਾਂ ਨੇ ਉਜਾਗਰ ਕਰਤੇ ਵੀ ਇਹ ਸਿਆਣੇ ਬੰਦੇ ਇਸ ਕਿਸਮ ਦੇ ਫੈਸਲੇ ਲੈ ਰਿਹਾ। ਤਾਂ ਮੈਨੂੰ ਲੱਗਦਾ ਕਿ ਇਹਨਾਂ ਦੇ ਉੱਤੇ ਫੋਕਸ ਕਰਕੇ ਜਿਹੜੀ ਜ਼ਿੰਮੇਵਾਰੀ ਤੈਅ ਕਰਨ ਤਾਂ ਜ਼ਰੂਰ ਅੱਗੇ ਤੋਂ ਵੀ ਫਿਰ ਇਹ ਇੱਕ ਰਾਹ ਵੀ ਪੱਧਰਾ ਹੋ ਜਾਂਦਾ ਹੈ ਕਿ ਜਿਹੜਾ ਵੀ ਬਿਊਰੋਕਰੈਟ ਇਸ ਕਿਸਮ ਦਾ ਫੈਸਲਾ ਲਊਗਾ ਫਿਰ ਉਹ ਆਪਣੇ ਪੈਰ ਪਿੱਛੇ ਜ਼ਰੂਰ ਖਿੱਚੂਗਾ ਕਿ ਵੀ ਮੈਂ ਨਹੀਂ ਫਸਣਾ ਇਹਦੇ ਵਿੱਚ। ਇਸ ਕਰਕੇ ਬਿਊਰੋਕ੍ਰੇਸੀ ਦੀ ਮੈਂ ਬਾਰ-ਬਾਰ ਜਿਹੜੀ ਭਾਸਕਰ ਸਾਹਿਬ ਨੇ ਵੀ ਗੱਲ ਉਠਾਈ ਹੈ, ਬਿਊਰੋਕ੍ਰੇਸੀ ਦੀ ਜ਼ਿੰਮੇਵਾਰੀ ਓਨੀ ਹੀ ਬਣਦੀ ਹੈ, ਤੈਅ ਹੋਣੀ ਚਾਹੀਦੀ ਹੈ, ਕਿਉਂਕਿ ਅਲਟੀਮੇਟਲੀ ਸਾਈਨ ਉਹਨਾਂ ਨੇ ਕਰਨੇ ਆ, ਉਹਨਾਂ ਦੀ ਸਿਰਫ ਅਪਰੂਵਲਾਂ ਹੁੰਦੀਆਂ, ਸਾਈਨ ਇਹਨਾਂ ਦੇ ਹੁੰਦੇ ਆ। ਤੁਸੀਂ ਠੀਕ ਕਹਿ ਰਹੇ ਹੋ, ਪਰ ਸਵਾਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਔਕਾਤ ਦਿਖਾਉਣ ਤੇ ਜਾਓਗੇ, ਜਿੱਦਾਂ ਮਨਪ੍ਰੀਤ ਬਾਦਲ ਨੇ ਇਹ ਬੜਾ ਤਿੱਖਾ ਹਮਲਾ ਕੀਤਾ ਸੀ, ਕੱਲ ਮੁੱਖ ਮੰਤਰੀ ਨੇ ਕਿਹਾ ਕਿ ਔਕਾਤ ਲੋਕਾਂ ਨੇ ਤੈਅ ਕਰਨੀ ਆ, ਔਰ ਉਹਨਾਂ ਨੇ ਕਿਹਾ ਕਿ ਜਦੋਂ ਇਹ ਸਿਆਣੇ ਬੰਦੇ ਸਾਰੇ ਕੰਮ ਕਰ ਰਹੇ ਸੀ ਨਾ ਰਲ ਮਿਲ ਕੇ, ਉੱਤਰ ਕਾਟੋ ਮੈਂ ਚੜਾ, ਉਦੋਂ ਇਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਕਿਤੇ ਦੂਰ ਸਤੌਜ ਦੇ ਵਿੱਚ ਮਾਸਟਰ ਮਹਿੰਦਰ ਦਾ ਮੁੰਡਾ ਵੀ ਬੈਠਾ। ਸੋ ਇਹ ਸਵਾਲ ਪੋਲੀਟੀਕਲੀ ਕਾਫੀ ਅੱਗੇ ਵਧਣਗੇ, ਰੌਲੇ ਪੈਣਗੇ। ਮੈਂ ਅਗਲੀ ਗੱਲ ਤੇ ਜਾਣਾ, ਸਾਡੇ ਲਈ ਇਹ ਦਿਨ ਬੜੇ ਖਤਰੇ ਵਾਲੇ ਨੇ ਜਦੋਂ ਹਿਮਾਚਲ ਸਾਡਾ ਆਪਣਾ ਹੀ ਹੈ ਔਰ ਬਹੁਤ ਸਾਰੇ ਪੰਜਾਬੀ ਵੀਕਐਂਡ ਤੇ ਉਧਰ ਨੂੰ ਜਾਣ ਦੇ ਸ਼ੌਂਕ ਵੀ ਪਾਲਦੇ ਰਹੇ ਆ। ਹਿਮਾਚਲ ਪੂਰੀ ਤਰ੍ਹਾਂ ਤਹਿਸ ਨਹਿਸ ਹੋਣ ਵਾਲੇ ਪਾਸੇ ਵਧਿਆ, ਬਹੁਤ ਬਰਸਾਤਾਂ ਨੇ ਉੱਥੋਂ ਦਾ ਅਸਤ ਵਿਅਸਤ ਕਰਤਾ ਹੈ, ਸਿਸਟਮ ਸਾਰਾ ਸੜਕੀ ਸਿਸਟਮ ਸਾਰਾ ਅਸਤ ਵਿਅਸਤ ਕਰਤਾ ਹੈ। ਔਰ 2 ਦਿਨ ਦੇ ਵਿੱਚ ਜਿਵੇਂ ਬੱਦਲ ਫਟੇ, ਭਾਰੀ ਮੀਂਹ ਪਏ, ਮੇਰੇ ਖਿਆਲ ਸੈਂਕੜੇ ਸੜਕਾਂ ਉਹਨਾਂ ਦੀਆਂ ਟੋਟਲ ਖਤਮ ਹੋ ਗਈਆਂ। ਇਹ ਬੜੇ ਸਾਲ ਲੱਗਣਗੇ ਇੱਕ ਵਾਰੀ ਫਿਰ ਉਹਨੂੰ ਰਵਾਂ ਹੁੰਦਿਆਂ ਜ਼ਿੰਦਗੀ ਨੂੰ। ਪਰ ਜਿਸ ਤਰੀਕੇ ਨਾਲ ਪਾਣੀ ਵੱਧ ਗਿਆ, ਇੰਦਰਪ੍ਰੀਤ ਜੀ ਦੱਸ ਰਹੇ ਸੀ ਇਹਨਾਂ ਦੀ ਕ੍ਰਿਸ਼ਨ ਕੁਮਾਰ ਨਾਲ ਗੱਲ ਹੋਈ, ਕੱਲ ਹੀ ਹੋਈ ਦੇਰ ਸ਼ਾਮ ਨੂੰ, ਕਿ ਹਿਸਟਰੀ ਦੇ ਵਿੱਚ ਕਦੇ ਇੰਨਾ ਪਾਣੀ ਇਹਨਾਂ ਡੈਮਾਂ 'ਚ ਨਹੀਂ ਸੀ ਪਿੱਛੋਂ ਆਇਆ ਜਿੰਨਾ ਹੁਣ ਇਸ ਕੈਚਮੈਂਟ ਏਰੀਏ 'ਚ ਪਾਣੀ ਹੈਗਾ। ਛੱਡਣ ਤੋਂ ਬਿਨਾਂ ਗੁਜ਼ਾਰਾ ਨਹੀਂ, ਡੇਲੀ 1 ਲੱਖ ਕਿਊਸਕ ਛੱਡਣਾ ਪਏਗਾ, 7 ਲੱਖ ਕਿਊਸਕ ਪਾਣੀ ਪਿੱਛੋਂ ਆਇਆ ਹੈ। ਸੋ ਇੰਦਰਪ੍ਰੀਤ ਜੀ ਇੱਕ ਵਾਰੀ ਸਾਂਝ ਪਾ ਦਿਓ, ਪੰਜਾਬ ਡੁੱਬ ਤਾਂ ਨਹੀਂ ਜਾਊ ਬਹੁਤਾ ਹਿੱਸਾ ਇੱਕ ਵਾਰੀ, ਕਿਉਂਕਿ ਬਿਆਸ ਔਰ ਸਤਲੁਜ ਦੇ ਵਿੱਚ ਪਾਣੀ ਛੱਡੇ ਬਿਨਾਂ ਗੁਜ਼ਾਰਾ ਨਹੀਂ, ਕਿੱਥੇ ਕਿੱਥੇ ਜਾ ਕੇ ਨੁਕਸਾਨ ਦੇ ਬਹੁਤੇ ਖਤਰੇ। ਰੰਧਾਵਾ ਸਾਹਿਬ ਦੇਖੋ, ਜਿਹੜਾ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਮਨਾਲੀ ਵਾਲਾ ਇਸ ਏਰੀਆ ਹੈਗਾ ਸਾਰਾ, ਇਸ ਕੈਚਮੈਂਟ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਬੱਦਲ ਫਟੇ ਹੈ, ਜਿਹਦੇ ਕਰਕੇ 50 ਬੰਦੇ ਦੀ ਡੈਥ ਵੀ ਹੋਈ ਹੈ। ਇਹ ਤਾਂ ਉਹਨੇ ਜਿਹੜਾ ਹਜੇ ਤੱਕ ਸਾਡੇ ਅੰਕੜੇ ਸਾਹਮਣੇ ਆਏ ਆ। ਪਰਸੋਂ ਹਿਮਾਚਲ ਪ੍ਰਦੇਸ਼ ਦੇ ਇੱਕ ਅਧਿਕਾਰੀ ਇੱਥੇ ਆਏ ਹੋਏ ਸੀ, BBMB ਸਾਨੂੰ ਮਿਲੇ ਵੀ, ਉਹ ਕਹਿ ਰਿਹਾ ਵੀ ਕਈ ਪਿੰਡ ਰੁੜ ਚੁੱਕੇ, ਸਾਨੂੰ ਪਤਾ ਹੀ ਨਹੀਂ ਹੈ, ਯਾਨੀ ਉਹਨਾਂ ਬੰਦਿਆਂ ਦਾ ਵੀ ਸਾਨੂੰ ਪਤਾ ਨਹੀਂ ਹੈ ਕਿ ਉਹ ਕੌਣ ਬੰਦੇ ਨੇ, ਉਹਨਾਂ ਦੀਆਂ ਲਾਸ਼ਾਂ ਕਿੱਥੇ ਗਈਆਂ ਜਾਂ ਕਿੱਥੇ ਡਿਸਪਲੇਸ ਹੋ ਗਏ, ਸਾਨੂੰ ਹਜੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਇਹ ਸਾਰਾ ਕੁਝ ਖਤਮ ਹੋਊਗਾ ਸ਼ਾਇਦ ਉਦੋਂ ਕਿਤੇ ਚੀਜ਼ਾਂ ਬਾਹਰ ਆਣ, ਪਤਾ ਨਹੀਂ ਆ ਵੀ ਸਕਣ ਕਿ ਨਹੀਂ, ਔਰ ਇਹ ਨਾ ਪਤਾ ਹੋਵੇ ਵੀ ਇੰਨਾ ਜ਼ਿਆਦਾ ਮਲਬਾ ਉਹਨਾਂ ਦੇ ਉੱਪਰ ਪੈ ਗਿਆ ਕਿ ਉਹ ਕਦੇ ਮਤਲਬ ਸਾਹਮਣੇ ਵੀ ਨਾ ਆ ਸਕਣ। ਮਤਲਬ ਇਸ ਤਰ੍ਹਾਂ ਦੀ ਨਿਸ਼ਾਨਦੇਹੀਆਂ ਬਾਅਦ 'ਚ ਹੋਣਗੀਆਂ ਜਦੋਂ ਲੋਕਾਂ ਦੇ ਰਿਸ਼ਤੇਦਾਰ ਫੋਨ ਕਰਨਗੇ ਇੱਕ ਦੂਜੇ ਨੂੰ ਵੀ ਯਾਰ ਉਹ ਕਿੱਥੇ ਹੈ, ਤੇ ਉਹ ਨਹੀਂ ਹੋਊਗਾ ਤਾਂ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਵੀ ਯਾਰ ਅੱਛਾ ਇਹ ਵੀ ਮਿਸਪਲੇਸ ਹੋ ਗਿਆ, ਉਹ ਵੀ ਮਿਸਪਲੇਸ ਹੋ ਗਿਆ। ਸੋ ਇਹ ਤਾਂ ਇੱਕ ਹੈ ਹੀ ਹੈ। ਕੱਲ ਜਿਵੇਂ ਬੱਦਲ ਫਟਿਆ ਤੁਸੀਂ ਦੇਖਿਆ, 50 ਬੰਦੇ ਆਪਾਂ ਰਿਪੋਰਟ ਹੋ ਚੁੱਕੀ ਹੈ ਕਿ 50 ਬੰਦੇ ਜਿਹੜੇ ਹੈਗੇ ਆ ਉਹ ਮਰ ਗਏ ਆ।
ਪਰ ਉਸ ਤੋਂ ਵੱਡੀ ਖਤਰਨਾਕ ਜਿਹੜੀ ਗੱਲ ਹੋ ਰਹੀ ਹੈ ਉਹ ਹੈ ਕਿ 7 ਲੱਖ ਕਿਊਸਿਕ ਪਾਣੀ ਜਿਹੜਾ ਹੈ ਕੱਲਾ ਪੌਂਗ ਡੈਮ ਦੇ ਵਿੱਚ ਆਇਆ। ਇੰਨਾ ਪਾਣੀ, ਉਹ ਕਹਿੰਦੇ ਵੀ 70 ਸਾਲ ਹੋ ਗਏ ਹੈ ਪੌਂਗ ਡੈਮ ਬਣੇ ਨੂੰ, 70 ਸਾਲ ਦੀ ਹਿਸਟਰੀ ਦੇ ਵਿੱਚ ਕਦੇ ਇੰਨਾ ਪਾਣੀ ਇੱਕ ਦਿਨ 'ਚ ਕਦੇ ਇੰਨਾ ਪਾਣੀ ਨਹੀਂ ਆਇਆ। ਹੁਣ ਆਲਰੇਡੀ ਜਿਹੜਾ ਪੌਂਗ ਡੈਮ ਹੈ ਉਹਦੀ ਕੈਪੈਸਿਟੀ 1390 ਦੇ ਵਿੱਚ ਹੈ। ਵੈਸੇ ਉਹ 1420 ਤੱਕ ਦਾ ਡਿਜ਼ਾਈਨ ਕੀਤਾ ਹੋਇਆ, ਪਰ 1988 ਦੇ ਜਿਹੜੇ ਹੜ੍ਹ ਆਏ ਸੀ ਉਸ ਤੋਂ ਬਾਅਦ BBMB ਨੇ ਤੈਅ ਕੀਤਾ ਕਿ ਨਹੀਂ, ਅਸੀਂ ਇਹ ਖਤਰਾ, ਵੱਡਾ ਖਤਰਾ ਹੋ ਸਕਦਾ ਹੈ ਜੇ ਅਸੀਂ ਇਸ ਲੈਵਲ ਤੇ ਲੈ ਕੇ ਜਾਵਾਂਗੇ ਤਾਂ ਅਸੀਂ ਇਹਨੂੰ 1395 ਤੱਕ ਹੀ ਰੱਖੀਏ। ਪਰ ਹੁਣ 1395 ਤੋਂ ਬਾਅਦ ਵੀ ਜੋ ਟਾਈਮ ਟੂ ਟਾਈਮ ਬਾਅਦ 'ਚ ਜਿਹੜੇ ਹੜ੍ਹ ਆਏ ਆ ਉਹਨਾਂ 'ਚ ਇਹ 1390 ਫਿਟ ਕਰਤਾ ਹੈ। ਹੁਣ ਯਾਨੀ 1390 ਫਿਟ ਕੱਲ ਕੰਪਲੀਟ ਹੋ ਚੁੱਕਿਆ। ਹੋਰ ਪਾਣੀ ਲਗਾਤਾਰ ਉੱਥੇ ਆਈ ਜਾ ਰਿਹਾ, ਜਿਵੇਂ ਮੈਂ ਕਹਿ ਰਿਹਾ 7 ਲੱਖ ਕਿਊਸਿਕ ਪਾਣੀ ਆ ਗਿਆ। ਤਾਂ ਹੁਣ ਇਹ ਡਿਸਾਈਡ ਕੀਤਾ ਕਿ ਅਗਲੇ ਕੁਝ ਦਿਨਾਂ ਤੱਕ ਲਗਾਤਾਰ 1-1 ਲੱਖ ਕਿਊਸਿਕ ਪਾਣੀ ਜਿਹੜਾ ਹੈਗਾ ਉਹ ਇਹਦੇ ਵਿੱਚ ਛੱਡਿਆ ਜਾਏ, ਕਿਉਂਕਿ ਸਰਕਾਰ ਇਹ ਵੀ ਨਹੀਂ ਚਾਹੁੰਦੀ ਕਿ ਇੰਨਾ ਪਾਣੀ ਆਪਾਂ ਛੋੜ ਦਈਏ ਕਿ ਹਿਮਾਚਲ ਨੂੰ ਬਚਾਉਂਦੇ ਆਪਾਂ ਪੰਜਾਬ ਨੂੰ ਤਬਾਹ ਕਰ ਦਈਏ। ਸੋ ਬਹੁਤ ਸੰਯਮ ਨਾਲ ਫੈਸਲੇ ਲਿੱਤੇ ਜਾ ਰਹੇ ਹੈ। ਇਸ ਕਰਕੇ ਡਿਸਾਈਡ ਹੋਇਆ ਵੀ ਇੱਥੋਂ 1 ਲੱਖ ਕਿਊਸਿਕ ਪਾਣੀ ਛੱਡਿਆ ਜਾਊਗਾ ਪੌਂਗ ਡੈਮ ਚੋਂ, ਔਰ ਜਿਹੜਾ ਭਾਖੜਾ ਹੈਗਾ, ਭਾਖੜੇ ਦੇ ਵਿੱਚੋਂ 68,000 ਕਿਊਸਿਕ ਪਾਣੀ ਛੱਡਿਆ ਜਾਊਗਾ, ਜਿਸ ਤੋਂ 68,000 ਚੋਂ 25,000 ਦੇ ਨੇੜੇ ਤੇੜੇ ਜਿਹੜਾ ਸਾਡਾ ਨਹਿਰੀ ਸਿਸਟਮ ਹੈ ਉਹ ਪਾਣੀ ਅਬਜ਼ੌਰਬ ਕਰੂਗਾ, ਉਹ ਲੈ ਕੇ ਜਾਊਗਾ ਵੱਖ-ਵੱਖ ਜਿਹੜੀਆਂ ਸਟੇਟਾਂ ਦਾ ਹਿੱਸਾ ਬਣਦਾ ਹੈ। ਔਰ ਬਾਕੀ ਦਾ ਜਿਹੜਾ ਬਚਿਆ ਹੋਇਆ 40-45 ਜਿੰਨਾ ਵੀ ਬਚੇਗਾ ਉਹ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾਏਗਾ। ਸੋ ਸਤਲੁਜ ਦਰਿਆ ਦੀ ਕੈਪੈਸਿਟੀ 2 ਤੋਂ 2.5 ਲੱਖ ਕਿਊਸਿਕ ਦੀ ਹੈਗੀ ਹੈ। ਸੋ ਉਹ ਬਹੁਤ ਈਜ਼ੀਲੀ ਕੈਰੀ ਕਰ ਸਕਦਾ ਹੈ। ਪਰ ਮੈਂ ਜਿਹੜੀ ਗੱਲ ਕੀਤੀ ਸੀਗੀ ਕਿ ਦੋਨੋਂ ਜਿਹੜੇ ਡੈਮ ਨੇ ਉਹ ਇਕੱਠੇ ਨਹੀਂ ਚਲਾਏ ਜਾ ਸਕਦੇ। ਇਕੱਠੇ ਚਲਾਉਣ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੁੰਦਾ ਹੈ, ਕਿਉਂਕਿ ਬਿਆਸ ਜਿਹੜਾ ਹੈਗਾ ਉਹ ਨੀਵੇਂ ਪੱਧਰ ਤੇ ਚੱਲਦਾ ਔਰ ਸਤਲੁਜ ਥੋੜਾ ਦਾ ਪੱਧਰ ਉਹਦਾ ਉੱਪਰ ਹੈ। ਜਦੋਂ ਉਹ ਹਰੀਕੇ ਆ ਕੇ ਇੱਕ ਦੂਜੇ 'ਚ ਮਿਲਦੇ ਆ ਤਾਂ ਬਿਆਸ ਜਿਹੜਾ ਸਤਲੁਜ ਹੈ ਉਹ ਬਿਆਸ ਦਾ ਰਾਹ ਰੋਕ ਲੈਂਦਾ, ਤਾਂ ਉਹਦੇ ਨਾਲ ਫਿਰ ਜਿਹੜੇ ਇਹ 4-5 ਜ਼ਿਲ੍ਹੇ ਪੈਂਦੇ ਆ ਬਿਆਸ ਦੇ ਨਾਲ ਲੱਗਦੇ, ਦੋਨੋਂ ਬੈਂਕਸ ਦੇ ਉੱਤੇ ਰਾਈਟ ਔਰ ਲੈਫਟ ਵਾਲਾ ਬੈਂਕ ਜਿਹੜਾ ਹੈਗਾ, ਜਿਹੜੇ ਇਹਨਾਂ ਜ਼ਿਲ੍ਹੇ ਪੈਂਦੇ ਆ ਉਹ ਸਾਰੇ ਦੇ ਸਾਰੇ ਫਿਰ ਬਹੁਤ ਫਲੱਡਿੰਗ ਹੋ ਜਾਂਦੀ ਹੈ, ਉੱਥੇ ਬਹੁਤ ਖਤਰੇ 'ਚ ਆ ਜਾਂਦੇ ਆ। ਸੋ ਇਸ ਕਰਕੇ ਬਹੁਤ ਸਲੋ ਛੱਡਿਆ ਜਾ ਰਿਹਾ ਵੀ ਡੈਮ ਨੂੰ ਵੀ ਕੋਈ ਨੁਕਸਾਨ ਨਾ ਹੋਏ ਔਰ ਥੱਲੇ ਲੋਕਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ। ਹਾਂ, ਇਨ ਬਿਟਵੀਨ ਉਹ ਕਹਿ ਰਿਹਾ ਵੀ ਜਿਨ੍ਹਾਂ ਲੋਕਾਂ ਨੇ ਰਿਵਰ ਬੈੱਡ ਦੇ ਉੱਤੇ ਦੁਬਾਰਾ ਪੈਡੀ ਲਗਾ ਲਈ ਹੈ ਉਹਨਾਂ ਦਾ ਤਾਂ ਨੁਕਸਾਨ ਹੋਏਗਾ ਹੀ ਹੋਏਗਾ, ਕਿਉਂਕਿ ਰਿਵਰ ਬੈੱਡ ਤੱਕ ਰਿਵਰ ਤਾਂ ਪੂਰੀ ਭਰੇਗੀ, ਦੋਨੋਂ ਭਰਨਗੇ। ਇਸ ਤੋਂ ਇਲਾਵਾ ਜਿਹੜਾ ਘੱਗਰ ਹੈ ਉਹ ਵੀ ਜਿਹੜੀ ਹੈਗੀ ਆ ਉਸ ਕੈਚਮੈਂਟ ਏਰੀਆ 'ਚ ਵੀ ਬਹੁਤ ਬਰਸਾਤ ਹੋ ਰਹੀ ਹੈ ਇੱਧਰ, ਔਰ ਘੱਗਰ ਵੀ ਜਿਹੜਾ ਹੈਗਾ ਔਰ ਫੁੱਲ ਕੈਪੈਸਿਟੀ ਤੇ ਚੱਲ ਰਿਹਾ। ਸੋ ਮੈਨੂੰ ਇਹ ਲੱਗਦਾ ਵੀ ਜਿਹੜੀਆਂ ਤਿੰਨੋਂ ਨਦੀਆਂ ਔਰ ਡਰੇਨਸ ਹੈਗੀਆਂ ਨੇ ਜਿਹੜੀਆਂ ਉਹ ਸਾਰੀਆਂ ਬਹੁਤ ਫੁੱਲ ਕੈਪੈਸਿਟੀ ਤੇ ਚੱਲ ਰਹੀਆਂ ਨੇ। ਅਲਟੀਮੇਟਲੀ ਜਾ ਕੇ ਤਾਂ ਦੇਖੋ ਇਹ ਹਰੀਕੇ ਹੈਡਵਰਕਸ ਤੋਂ ਫਿਰੋਜ਼ਪੁਰ ਹੈਡਵਰਕਸ ਤੇ ਇਕੱਠਾ ਹੋਣਾ, ਫਿਰ ਉੱਥੋਂ ਕਿੰਨਾ ਕੁ ਰਿਲੀਜ਼ ਕਰਦੇ ਆ ਪਾਕਿਸਤਾਨ, ਇਸ ਤੇ ਕੀ ਉਹ ਲੈਂਦਾ ਹੈ, ਕਿਉਂਕਿ ਪਾਕਿਸਤਾਨ ਇਹੀ ਪਾਣੀ ਨੂੰ ਸਾਰਾ ਸਾਲ ਵਰਤਦਾ ਹੈ। ਸੋ ਉਹ ਵੀ ਆਪਣਾ ਉਦੋਂ ਤੱਕ ਉਹ ਰੱਖਦਾ ਹੈ ਵੀ ਜਦੋਂ ਤੱਕ ਸਾਡਾ ਕੰਮ ਐਡਾ ਨਾ ਸਰ ਜੇ, ਸਾਨੂੰ ਇਹ ਲੱਗੇ ਕਿ ਹੋਰ ਪਾਣੀ ਆ ਰਿਹਾ ਹੈ ਤਾਂ ਅਸੀਂ ਰਿਲੀਜ਼ ਕਰ ਦਾਂਗੇ। ਤੇ ਸ਼ਾਇਦ ਮੇਰਾ ਖਿਆਲ ਹੈ ਕਿ ਇਹ ਅਸੀਂ ਦੁਬਾਰਾ ਉਹਨਾਂ ਨਾਲ ਕੰਟੈਕਟ ਕਰ ਰਹੇ ਹਾਂ, ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਉਹ ਕਰ ਰਹੀ ਹੈ ਕਿ ਫਲੱਡ ਗੇਟ ਇੱਕ ਵਾਰ ਦੁਬਾਰਾ ਉੱਥੋਂ ਖੋਲੇ ਜਾਣ ਤਾਂ ਕਿ ਪਾਣੀ ਜਿਹੜਾ ਹੈਗਾ ਉਹ ਨਿਕਲ ਸਕੇ। ਪਾਣੀਆਂ ਦੀ ਦਾਸਤਾਨ ਬੜੀ ਲਹੂ ਭਿੱਜੀ ਆ। ਇਹ ਤਬਰੀਖ ਇਹਨੇ ਬਹੁਤ ਸਾਰੇ ਲੋਕ ਖਾ ਲਏ, ਇਹਦੀ ਭੇਂਟ ਹੋ ਗਏ। ਇਹ ਲੜਾਈਆਂ ਨਵੀਆਂ ਨਹੀਂ, ਮੁੱਢ ਕਦੀਮ ਤੋਂ ਚੱਲੀਆਂ ਆਉਂਦੀਆਂ। ਸਾਰੀ ਸੱਭਿਅਤਾ ਪਾਣੀਆਂ ਦੇ ਕੰਢੇ ਤੇ ਬਸੀ ਆ ਤੇ ਮਿੱਠੇ ਪਾਣੀਆਂ ਕਰਕੇ ਪੰਜਾਬ ਦਾ ਨਾਂ ਹੀ ਪਾਣੀਆਂ ਤੇ ਹੈ। ਪਰ ਉਹ ਧਰਾਵਾਂ ਜਿਹੜੇ ਉਹ ਸੂਬੇ ਜਿਹੜੇ ਲਗਾਤਾਰ ਲੜ ਰਹੇ ਆ ਕਿ ਸਾਨੂੰ ਪਾਣੀ ਦਿਓ, ਅੱਜ ਜਦੋਂ ਉਹਨਾਂ ਨੂੰ ਪਾਣੀ ਦੀ ਦਿੱਤਾ ਜਾ ਰਿਹਾ ਤਾਂ ਉਹ ਕਹਿੰਦੇ ਨਾ, ਚਿੱਠੀਆਂ ਲਿਖਦੇ ਆ। ਰਾਜਸਥਾਨ ਦੇ ਇੰਜੀਨੀਅਰ ਕ੍ਰਿਸ਼ਨ ਕੁਮਾਰ ਨੂੰ ਪੱਤਰ ਲਿਖ ਕੇ ਕਹਿੰਦੇ ਵੀ ਨਾ ਹੋਰ ਨਾ ਭੇਜਿਓ, ਸਾਡਾ ਬੇੜਾ ਨਾ ਗਰਕ ਕਰ ਦਿਓ, ਸਾਡੇ ਸਿਸਟਮ ਖਰਾਬ ਹੋ ਜਾਣੇ, ਸਾਥੋਂ ਝੱਲ ਨਹੀਂ ਹੋਣਾ। ਸੋ ਮਤਲਬ ਡੰਡੇ ਖਾਣ ਨੂੰ ਅੱਗੇ ਮੈਂ ਹੁਣ ਇਹ ਗੱਲ ਕਹਿਣੀ ਨਹੀਂ, ਖੈਰ ਭਾਸਕਰ ਸਾਹਿਬ ਅੱਗੇ ਚੱਲਦੇ ਆ। ਜਿਹੜਾ ਮਾਨਸਾ ਹੈ ਨਾ, ਮਾਨਸਾ ਮੈਨੂੰ ਕਦੇ ਕਦੇ ਲੱਗਦਾ ਹੈ ਕਿ ਕੁਝ ਮਿੱਟੀ ਦੀ ਕੋਈ ਤਸੀਰ ਵੱਖਰੀ ਹੁੰਦੀ। ਮਾਨਸੇ ਦੇ ਵਿੱਚੋਂ ਪਹਿਲਾਂ ਵੀ ਬੜੇ ਮੌਕਿਆਂ ਦੇ ਉੱਤੇ ਲਹਿਰਾਂ ਉੱਠਦੀਆਂ ਰਹੀਆਂ ਨੇ ਤੇ ਮਾਮਲਾ ਪਰਮਿੰਦਰ ਸਿੰਘ ਦਾ ਨਹੀਂ ਹੈ। ਨਸ਼ੇ ਕਰਨ ਵਾਲਾ ਬੰਦਾ ਜੇ ਨਸ਼ੇ ਦੇ ਖਿਲਾਫ ਜਾ ਰਿਹਾ, ਤੁਸੀਂ ਉਹਦੀ ਸੀਰੀਅਸਨੈਸ ਨੂੰ ਪ੍ਰਸ਼ਨਾਂ 'ਚ ਲਿਆ ਸਕਦੇ ਹੋ, ਤੁਹਾਨੂੰ ਰਾਈਟ ਹੈ। ਪਰ ਉਹਦੇ ਨਾਲ ਲੋਕ ਕਿਉਂ ਨੇ, ਇਸ ਮੁੱਦੇ ਤੇ ਲੋਕ ਕਿਉਂ ਨੇ, ਸਰਕਾਰਾਂ ਇਹਦੀ ਸੰਵੇਦਨਸ਼ੀਲਤਾ ਕਿਉਂ ਨਹੀਂ ਸਮਝਦੀਆਂ ਕਿ ਲੋਕ ਆਖਰ ਯੂਨਾਈਟ ਕਿਉਂ ਹੋ ਰਹੇ, ਇਕੱਠੇ ਕਿਉਂ ਹੋ ਰਹੇ ਆ? ਉਹ ਕਿਉਂ ਨਹੀਂ ਸਿਸਟਮ ਨੂੰ ਮੰਨਣ ਲਈ ਤਿਆਰ? ਕਿਤੇ ਸਿਸਟਮ ਕਲੈਪਸ ਤਾਂ ਨਹੀਂ ਕਰ ਗਿਆ?
ਕਿਤੇ ਸਿਸਟਮ ਨੇ ਕੰਮ ਕਰਨਾ ਬੰਦ ਤਾਂ ਨਹੀਂ ਕਰਤਾ। ਇਹ ਕਿਉਂ ਨਹੀਂ ਸੋਚਦੀਆਂ ਸਰਕਾਰਾਂ, ਹਾਕਮ ਇਸ ਪਾਸੇ ਕਿਉਂ ਨਹੀਂ ਧਿਆਨ ਦਿੰਦੇ, ਅਫਸਰਸ਼ਾਹੀ ਕਿਉਂ ਨਹੀਂ ਸੋਚਦੀ ਕਿ ਲੋਕਾਂ ਦੇ ਅੰਦਰ ਉਬਾਲ ਕਿਉਂ ਆ, ਬੇਚੈਨੀ ਕਿਉਂ ਆ, ਅਨਰੈਸਟ ਕਿਉਂ ਆ, ਕਿਉਂ ਉਹ ਸਾਡੇ ਗਲਮੇ ਨੂੰ ਪੈਣ ਨੂੰ ਫਿਰਦੇ ਆ? ਕਿੰਨੇ ਕੁ ਫੜ ਕੇ ਅੰਦਰ ਦਿਓਗੇ? ਮੈਂ ਕੱਲ ਮਾਨਸਾ ਦੇ ਵਿੱਚ ਇਕੱਠ ਦਾ ਗੱਲ ਕਰ ਰਿਹਾ, ਜਿੱਥੋਂ ਇਹ ਆਹਵਾਨ ਹੋ ਰਿਹਾ, ਜਿੱਥੋਂ ਇਹ ਆਵਾਜ਼ ਦਿੱਤੀ ਜਾ ਰਹੀ ਆ ਕਿ ਅਸੀਂ ਇੱਕ ਵਾਰੀ ਫਿਰ ਪਿੰਡਾਂ ਦੇ ਵਿੱਚ ਐਮਐਲਏ ਤੇ ਮੰਤਰੀ ਬਣਨੇ ਬੰਦ ਕਰ ਦੇਣੇ ਆ। ਤੁਹਾਨੂੰ ਚੱਲਣ ਪਤਾ ਹੋਊਗਾ, ਜਦੋਂ ਅਕਾਲੀਆਂ ਦੇ ਰਾਜ ਵਿੱਚ ਬੇਅਦਬੀਆਂ ਦਾ ਮਾਮਲਾ ਆਇਆ ਸੀ ਤਾਂ ਉਦੋਂ ਸੱਤਾਧਾਰੀਆਂ ਦੇ ਰਾਹ ਰੋਕ ਲਏ ਸੀਗੇ, ਉਹਨਾਂ ਦਾ ਆਮ ਆਉਣਾ ਜਾਣਾ ਔਖਾ ਹੋ ਗਿਆ ਸੀ, ਘਰਾਂ 'ਚ ਸਿਮਟ ਕੇ ਰਹਿ ਗਏ ਸੀ। ਜੇ ਨਾਜ਼ੁਕ ਸਥਿਤੀ ਨਾ ਸੰਭਾਲੀ ਗਈ ਤਾਂ ਦ੍ਰਿਸ਼ ਉਸੇ ਤਰ੍ਹਾਂ ਦਾ ਬਣ ਰਿਹਾ। ਮੈਂ ਤੁਹਾਨੂੰ ਗੱਲ ਤੋਰਨ ਲਈ ਕਹੂੰਗਾ ਕਿ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਲੱਕ ਬੰਨ ਕੇ ਇੱਥੇ ਆਣ ਕੇ ਖੜ ਜਾਣ, ਔਰ ਜੇਕਰ ਉਹ ਸਟਰਗਲ ਤੇ ਉਤਰ ਆਈਆਂ, ਯੂਨਾਈਟ ਹੋ ਗਈਆਂ, ਇਕੱਠੇ ਹੋ ਗਏ ਸਾਰੇ ਸਮਾਜ ਸੇਵੀ, ਤਾਂ ਮੈਨੂੰ ਲੱਗਦਾ ਕਿ ਸਰਕਾਰ ਲਈ ਇਹ ਮਾਮਲਾ ਨਜਿੱਠਣਾ ਔਖਾ ਹੋ ਜਾਊਗਾ। ਟਿੱਪਣੀ। ਨਸ਼ਾ ਮੁਕਤੀ ਦੇ ਉੱਤੇ ਰੰਧਾਵਾ ਸਾਹਿਬ ਹਮੇਸ਼ਾ ਸਿਆਸੀ ਸਟੇਜਾਂ ਤੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ। ਬਠਿੰਡਾ ਦੇ ਵਿੱਚ ਹੱਥ 'ਚ ਗੁਟਕਾ ਸਾਹਿਬ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀਗਾ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ। ਉਸ ਤੋਂ ਬਾਅਦ ਇਹ ਸਰਕਾਰ ਜਿਹੜੀ ਬਦਲਾਵ ਵਾਲੀ ਸਰਕਾਰ ਹੈ, ਉੱਥੇ ਵੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਨਹੀਂ 4 ਹਫ਼ਤੇ ਤੇ ਨਹੀਂ ਪਰ 6 ਕੁ ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ। 1.5 ਸਾਲ ਹੋ ਗਿਆ, ਨਸ਼ਾ ਉੱਥੇ ਦਾ ਉੱਥੇ ਹੈ। ਹੁਣ ਬਹੁਤ ਵਾਰ ਇਹ ਗੱਲਾਂ ਪਬਲਿਕ ਪਲੇਟਫਾਰਮ ਦੇ ਵਿੱਚ ਵੀ ਹੋਈਆਂ ਕਿ ਜਦ ਤੱਕ ਲੋਕਾਂ ਦਾ ਸਾਥ ਨਹੀਂ ਮਿਲੇਗਾ ਤੇ ਨਸ਼ੇ ਤੋਂ ਨਹੀਂ ਨਿਪਟਿਆ ਜਾ ਸਕਦਾ। ਹੁਣ ਖੜੇ ਹੋ ਗਏ ਨੇ ਲੋਕ, ਔਰ ਲੋਕਾਂ ਦਾ ਖੜਾ ਹੋਣਾ ਸਰਕਾਰ ਵਾਸਤੇ ਕਿੰਨੀ ਕੁ ਵੱਡੀ ਮੁਸੀਬਤ ਬਣ ਸਕਦਾ ਹੈ, ਇਹਦਾ ਅੰਦਾਜ਼ਾ ਕੱਲ ਮਾਨਸਾ ਦੇ ਵਿੱਚ ਦੇਖਿਆ ਗਿਆ। ਜਦ ਸਾਰੇ ਕਿਸਾਨ ਆਗੂਆਂ ਨੇ, ਔਰ ਉੱਥੇ ਬੜਾ ਵੱਡਾ ਇਕੱਠ ਹੋਇਆ। ਗੱਲ ਪਰਮਿੰਦਰ ਸਿੰਘ ਝੋਟਾ ਦੀ ਨਹੀਂ ਹੈ, ਤੁਸੀਂ ਬਿਲਕੁਲ ਠੀਕ ਕਿਹਾ। ਝੋਟੇ ਨੂੰ ਜਿਸ ਤਰੀਕੇ ਨਾਲ ਫੜਿਆ ਗਿਆ, ਔਰ ਉਹ ਵੀ ਤਦ ਜਦ ਉਹ ਨਸ਼ੇ ਦੇ ਖਿਲਾਫ ਆਪਣੀ ਇੱਕ ਲੜਾਈ ਲੜ ਰਿਹਾ ਸੀ ਔਰ ਆਵਾਮ ਉਹਦੇ ਨਾਲ ਸੀਗਾ। ਉਹਦੇ ਫੜੇ ਜਾਣ ਦੇ ਉੱਤੇ ਨਾਨਕ ਸਿੰਘ ਜਿਹੜੇ ਉੱਥੇ ਦੇ ਐਸਐਸਪੀ ਨੇ ਉੱਥੇ ਜਾਣਾ, ਇਹ ਕਹਿਣਾ ਕਿ ਝੋਟੇ ਦੇ ਖਿਲਾਫ ਇਨਕੁਆਇਰੀ ਚੱਲ ਰਹੀ ਹੈ, ਜੇ ਉਹ ਦੋਸ਼ੀ ਪਾਇਆ ਗਿਆ ਤੇ ਠੀਕ ਹੈ, ਜੇ ਨਹੀਂ ਦੋਸ਼ੀ ਪਾਇਆ ਗਿਆ ਤਾਂ ਉਹਨੂੰ ਛੇਤੀ ਛੱਡ ਦਿੱਤਾ ਜਾਏਗਾ। ਇਹ ਗੱਲ ਹੁਣ ਪੁਲਿਸ ਦੇ ਹੱਥੋਂ ਨਿਕਲ ਰਹੀ ਹੈ, ਉਹ ਵੀ ਖਾਸ ਕਰਕੇ ਤਦ ਜਦ ਲੋਕ ਖੜੇ ਹੋ ਰਹੇ ਨੇ। ਔਰ ਇਸ ਲੋਕਾਂ ਦਾ ਖੜੇ ਹੋਣਾ ਇੱਕ ਤਰੀਕੇ ਨਾਲ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਲੜਾਈ ਨੂੰ ਵੱਡੇ ਪੱਧਰ ਤੇ ਲੜਨ ਦੀ ਤਿਆਰੀ ਹੈ। ਹੁਣ ਸਰਕਾਰ ਇਹਦੇ ਵਿੱਚ ਮੁਸੀਬਤ ਹੀ ਚਾਹੇ ਤੇ ਹੁਣ ਇਹ ਸਰਕਾਰ ਦਾ ਹੀ ਕਸੂਰ ਹੋ ਸਕਦਾ ਹੈ ਜੀ। ਇਹਦੇ ਵਿੱਚ ਜਦੋਂ ਐਸਐਸਪੀ ਨਾਨਕ ਸਿੰਘ ਜਿਹੜੇ ਐਫੀਸ਼ੀਐਂਟ ਮੰਨੇ ਜਾਂਦੇ, ਕਈ ਮੌਕਿਆਂ ਤੇ ਉਹਨਾਂ ਨੇ ਆਪਣੀ ਕਾਬਲੀਅਤ ਜ਼ਾਹਰ ਵੀ ਕੀਤੀ ਹੈ, ਭਾਵੇਂ ਉਹ ਵਿਵਾਦਾਂ 'ਚ ਵੀ ਨੇ। ਪਟਿਆਲੇ ਵਾਲੇ ਮਾਮਲੇ 'ਚ ਉਹਨਾਂ ਦੀ ਟ੍ਰਾਂਸਫਰ ਹੋਈ ਸੀਗੀ। ਜਦੋਂ ਉਹ ਉੱਥੇ ਮੌਕੇ ਤੇ ਜਾ ਕੇ ਕਹਿੰਦੇ ਆ ਕਿ ਝੋਟੇ ਦੇ ਖਿਲਾਫ ਜਿਹੜੀ ਸ਼ਿਕਾਇਤ ਆ ਉਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ, ਤਾਂ ਸਵਾਲ ਇਹ ਗੱਲ ਤੇ ਉੱਠਦਾ ਹੈ ਕਿ ਜਿਸ ਦਿਨ ਉਹ ਸ਼ਿਕਾਇਤ ਦੇ ਆਧਾਰ ਤੇ ਬੰਦਾ ਫੜ ਕੇ, ਜਿਸ ਤਰੀਕੇ ਨਾਲ ਤੁਸੀਂ ਉਹਦੇ ਘਰ ਜਾ ਕੇ ਉਹਨੂੰ ਫੜਿਆ, ਜਿਸ ਤਰੀਕੇ ਨਾਲ ਉਹਦੇ ਪਿਓ ਨੂੰ ਧੱਕੇ ਧੁੱਕੇ ਵੱਜੇ ਨੇ, ਜਾਂ ਮੌਕੇ ਦਾ ਮਾਹੌਲ ਬਣਿਆ, ਇਹਦੇ ਤੋਂ ਬਚਿਆ ਨਹੀਂ ਸੀ ਜਾ ਸਕਦਾ। ਜਾਂਚ ਤੁਸੀਂ ਪਹਿਲਾਂ ਕਰ ਲੈਂਦੇ, ਜਦੋਂ ਹੁਣ ਤੁਹਾਡੀ ਸਥਿਤੀ ਖਰਾਬ ਹੋਣ ਲੱਗੀ ਆ ਤਾਂ ਫਿਰ ਤੁਸੀਂ ਜਾਂਚ ਕਰਨ ਲੱਗੇ। ਇਹਦਾ ਮਤਲਬ ਹੈ ਕਿ ਸਾਡੇ ਸਿਸਟਮ ਦਾ ਫੇਲੀਅਰ ਆ ਕਿ ਤੁਸੀਂ ਬੰਦੇ ਨੂੰ ਫੜ ਕੇ ਅੰਦਰ ਦੇ ਦਿੰਦੇ ਹੋ, ਉਸ ਤੋਂ ਬਾਅਦ ਫਿਰ ਤੁਸੀਂ ਉਹਦੀ ਸ਼ਿਕਾਇਤ ਉੱਤੇ ਜਾਂਚ ਕਰਨ ਤੁਰਦੇ ਹੋ। ਅੱਜ ਤੱਕ ਕਿੰਨੇ ਕੁ ਪੋਲੀਟੀਕਲ ਬੰਦੇ, ਕਿੰਨੇ ਕੁ ਅਫਸਰ ਇਸ ਤਰ੍ਹਾਂ ਤੁਸੀਂ ਕੀਤੇ? ਕਿਉਂ ਬੇਚੈਨੀ, ਕਿਉਂ ਅਨਰੈਸਟ ਫੈਲਾਉਂਦੇ ਹੋ? ਇਹ ਸਵਾਲ ਤਾਂ ਉੱਠਣਗੇ। ਇੰਦਰਪ੍ਰੀਤ ਜੀ, ਇਹ ਮਾਮਲਾ ਸੰਵੇਦਨਸ਼ੀਲ ਇਸ ਕਰਕੇ ਆ ਕਿ ਇਹਨੇ ਬਹੁਤ ਸਾਰੇ ਘਰ ਖਾ ਲਏ ਨੇ। ਜਿਨ੍ਹਾਂ ਘਰਾਂ ਤੱਕ ਅੱਗ ਨਹੀਂ ਪਹੁੰਚੀ, ਉਹ ਇਹ ਨਾ ਮੰਨਣ ਕਿ ਅੱਗ ਉੱਥੋਂ ਤੱਕ ਨਹੀਂ ਆਉਣੀ। ਕਿਸੇ ਦੀ ਸਨੈਚਿੰਗ ਹੋ ਰਹੀ ਆ, ਕਿਸੇ ਦੇ ਘਰ ਦੇ ਵਿੱਚ ਚੋਰੀ ਹੋ ਰਹੀ ਆ, ਕਿਸੇ ਦੇ ਨਾਲ ਰਾਹ ਰਸਤੇ 'ਚ ਕੁਝ ਵਾਪਰ ਰਿਹਾ। ਇਹ ਸਾਰੇ ਨਸ਼ੇ ਦੀਆਂ ਅਲਾਮਤਾਂ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਘਰ ਦਾ ਕੋਈ ਜੀ ਨਸ਼ੇ ਦੀ ਗ੍ਰਿਫਤ ਵਿੱਚ ਨਹੀਂ। ਤੁਹਾਡੇ ਘਰ ਨਾਲ ਵਾਪਰ ਰਹੀਆਂ ਚੀਜ਼ਾਂ, ਸਮਾਜ ਦੇ ਵਿੱਚ ਅਸੁਰੱਖਿਆ ਦੀ ਭਾਵਨਾ, ਇਹ ਨਸ਼ੇ 'ਚੋਂ ਆ ਰਹੀ ਆ। ਸੋ ਮੈਨੂੰ ਲੱਗਦਾ ਕਿ ਲੋਕ ਕਿੰਨੀ ਦੇਰ ਭੱਜਣਗੇ। ਧੱਕ ਕੇ ਕੰਧ ਨਾਲ ਲਾਏ ਲੋਕ ਰਿਐਕਟ ਕਰਦੇ ਹੁੰਦੇ ਆ, ਮੈਨੂੰ ਲੱਗਦਾ ਹੁਣ ਕੰਧ ਨਾਲ ਲਾਤੇ ਗਏ ਲੋਕ ਕੀ ਕਹਿੰਦੇ। ਬਿਲਕੁਲ ਰੰਧਾਵਾ ਸਾਹਿਬ, ਜਿਹੜੀ ਪਹਿਲਾਂ ਵੀ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਕਿ ਇਹ ਲੋਕ ਉੱਠ ਖੜੇ ਹੋਏ ਆ, ਔਰ ਮੈਨੂੰ ਬੜੀ ਆਸ ਹੈ ਕਿ 3 ਖੇਤੀ ਕਾਨੂੰਨਾਂ ਦੇ ਅੰਦੋਲਨ ਤੋਂ ਬਾਅਦ ਇਹ ਉਹੇ ਜਿਹਾ ਹੀ ਅੰਦੋਲਨ ਫਿਰ ਨਾ ਖੜਾ ਹੋ ਜਾਏ। ਔਰ ਮੈਂ ਤਾਂ ਚਾਹੁੰਦਾ ਕਿ ਜਿੰਨੀ ਜਲਦੀ ਖੜਾ ਹੋ ਜਾਏ ਉਨਾ ਜ਼ਿਆਦਾ ਚੰਗਾ ਹੈ ਪੰਜਾਬ ਵਾਸਤੇ। ਅਦਰਵਾਈਜ਼ ਜਿਹੜੀ ਡਰੱਗਸ ਨੇ ਸਾਡੀ ਸਥਿਤੀ ਕਰਤੀ ਹੈ ਪੰਜਾਬੀਆਂ ਦੀ, ਮੈਨੂੰ ਲੱਗਦਾ ਕਿ ਉਸ ਤੋਂ ਜ਼ਿਆਦਾ ਬੁਰੀ ਹਾਲਤ ਸਾਡੀ ਹੁਣ ਹੋ ਨਹੀਂ ਸਕਦੀ। ਦੇਖੋ, ਬਹੁਤ ਸਾਰੀਆਂ ਕੌਮਾਂ ਇਸ ਤੇ ਕੰਮ ਕਰਦੀਆਂ ਨੇ, ਆਪਣੀਆਂ ਜ਼ਮੀਨਾਂ ਬਚਾਉਣ ਪਿੱਛੇ ਆਪਣੇ ਕਬੀਲੇ ਕਾਨੂੰਨ ਬਣਾਉਂਦੇ ਹੈਗੇ ਆ। ਬਹੁਤ ਸਾਰੇ ਇਦਾਂ ਦੇ ਕਾਨੂੰਨ ਬਣੇ ਹੋਏ ਨੇ। ਹੁਣ ਵੀ ਵਕਤ ਇਸੇ ਤਰ੍ਹਾਂ ਦਾ ਹੀ ਆ ਗਿਆ ਕਿ ਜੇ ਤੁਹਾਡਾ ਬੱਚਾ ਹੀ ਨਹੀਂ ਹੈ ਤਾਂ ਜ਼ਮੀਨਾਂ ਵੀ ਕਿਹਨੇ ਸਾਂਭਣੀਆਂ ਨੇ? ਫਿਰ ਤਾਂ ਮਤਲਬ ਇਹ ਘਰ ਕਿਹਨੇ ਸਾਂਭਣੇ ਨੇ? ਜਾਂ ਤੁਹਾਡਾ DNA ਦਾ ਕੀ ਹੋਊਗਾ? ਉਹ ਖਤਮ ਹੋ ਜਾਣਾ। ਸੋ ਮੈਨੂੰ ਲੱਗਦਾ ਕਿ ਲੋਕਾਂ ਨੇ ਉਸ ਚੋਂ ਹੁਣ ਇੱਕ ਤੈਅ ਕਰ ਲਿਆ ਕਿ ਨਹੀਂ, ਆਪਣੇ ਆਪ ਨੂੰ ਬਚਾਉਣਾ। ਪੰਜਾਬ ਦੀ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਤਾਂ ਆਪਣੇ ਆਪ ਨੂੰ ਹੀ ਬਚਾਉਣਾ। ਹੁਣ ਜਿਹੜੀ ਜਦੋਂ ਗੱਲ ਆਪਣੇ ਆਪ ਤੋਂ ਤੁਰਦੀ ਹੈ ਤਾਂ ਉਹ ਫਿਰ ਵੱਡੀ ਬਹੁਤ ਹੋ ਜਾਂਦੀ ਹੈ। ਜਿਹੜੀ ਗੱਲ ਖੇਤੀ ਕਾਨੂੰਨਾਂ ਵੇਲੇ ਵੀ ਚੱਲੀ ਸੀ ਉਹ ਇਹੀ ਸੀ
ਵੀ ਇਹ ਲੋਕ ਸਾਡੇ ਇਹਨਾਂ ਕਾਨੂੰਨਾਂ ਕਰਕੇ ਸਾਡੀ ਜ਼ਮੀਨ ਖਾ ਲੈਣਗੇ। ਇੱਥੇ ਵੀ ਉਹੀ ਆਣੀ ਹੈ ਕਿ ਜ਼ਮੀਨ ਹੀ ਸਾਡੀ ਖਤਮ ਹੋ ਜਾਣੀ ਹੈ, ਸਾਨੂੰ ਇਹਨਾਂ ਜ਼ਮੀਨਾਂ ਨੂੰ ਸਾਂਭਣ ਵਾਲਾ ਹੀ ਕੋਈ ਨਹੀਂ ਹੋਣਾ। ਸੋ ਮੈਨੂੰ ਲੱਗਦਾ ਕਿ ਬਹੁਤ ਸਹੀ ਟਾਈਮ ਤੇ ਬਹੁਤ ਸਹੀ ਫੈਸਲਾ ਲੋਕਾਂ ਨੇ ਲੈ ਲਿਆ, ਔਰ ਇਹਨੂੰ ਜਿੰਨੀ ਤੇਜ਼ੀ ਨਾਲ ਔਰ ਜਿੰਨੀ ਸ਼ਿੱਦਤ ਨਾਲ ਇਹਨੂੰ ਵਧਾਇਆ ਜਾਏ ਓਨਾ ਹੀ ਜ਼ਿਆਦਾ ਚੰਗਾ ਹੋਊਗਾ, ਤਾਂ ਕਿ ਜਿਹੜਾ ਇਹ ਅਲਾਮਤਾਂ ਨੇ, ਦੇਖੋ ਕਦੇ ਨਹੀਂ ਇਹ ਬਿਨਾਂ ਲੋਕਾਂ ਦੀ ਇਨਵੋਲਵਮੈਂਟ ਜਾਂ ਲੋਕਾਂ ਦੇ ਮਿਲ ਕੇ ਇਹਨੂੰ ਹੱਲ ਕਰਨ ਤੋਂ ਬਿਨਾਂ ਇਹ ਹੱਲ ਹੋਣੀ ਨਹੀਂ। ਅਸੀਂ ਪਹਿਲਾਂ ਇਸ ਤੋਂ ਅੱਤਵਾਦ ਦਾ ਪੀਰੀਅਡ ਜਦੋਂ ਲੋਕਾਂ ਨੇ ਚਾਹਿਆ ਕਿ ਨਹੀਂ ਹੁਣ ਬਹੁਤ ਹੋ ਚੁੱਕਿਆ, ਉਸ ਤੋਂ ਬਾਅਦ ਅਸੀਂ ਇਹਨੂੰ ਖਤਮ ਕਰ ਲਿਆ। ਅਸੀਂ ਹੁਣ ਦੁਬਾਰਾ ਉਸੇ ਤਰ੍ਹਾਂ ਦੀ ਲੜਾਈ ਲੜਨੀ ਹੈ। ਔਰ ਬਹੁਤ ਵੱਡੀ ਗੱਲ ਇਹ ਹੈ ਰੰਧਾਵਾ ਸਾਹਿਬ ਕਿ ਇਹ ਮਾਨਸਾ ਤੋਂ ਸ਼ੁਰੂ ਹੋ ਰਿਹਾ ਹੈ। ਮਾਨਸਾ ਇਸ ਤਰ੍ਹਾਂ ਦੇ ਅੰਦੋਲਨ ਦਾ ਪੁਰੋਧਾ ਰਿਹਾ, ਹਿੰਦੀ 'ਚ ਇੱਕ ਸ਼ਬਦ ਹੈ ਪੁਰੋਧਾ, ਜਿਹੜਾ ਲੀਡ ਕਰਦਾ ਹੈ, ਔਰ ਇਹ ਮਾਨਸਾ ਤੋਂ ਹੀ ਸ਼ੁਰੂ ਹੋਈ ਹੈ। ਮੈਨੂੰ ਲੱਗਦਾ ਕਿ ਇਹ ਕਿਸੇ ਤੋੜ ਪੱਤਨ ਤੇ ਲਾਜ਼ਮੀ ਚੜੇਗੀ। ਇੱਥੇ ਸਿਰਫ ਤੇ ਸਿਰਫ ਲੀਡਰੀਆਂ ਦਾ ਸਵਾਲ ਨਹੀਂ, ਜੇਕਰ ਇਹਦੇ ਵਿੱਚ ਸਮੁੱਚੀ ਜਿੰਨੀ ਵੀ ਜਮਾਤ ਹੈ ਜਿਹੜੀ ਵੱਖ-ਵੱਖ ਥਾਵਾਂ ਤੇ ਅੰਦੋਲਤ ਆ, ਉਹਨਾਂ ਦੇ ਲੀਡਰਾਂ ਨੂੰ ਆਪਣਾ ਆਪ ਛੱਡ ਕੇ, ਆਪਣੀ ਧੌਣ ਦਾ ਕਿੱਲਾ ਕੱਢ ਕੇ, ਆਪਣਾ ਸਵੈਮਾਨ ਪਾਸੇ ਰੱਖ ਕੇ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਤਹਿਤ ਇਕੱਠੇ ਹੋ ਜਾਣਾ ਚਾਹੀਦਾ। ਆਪਣੀ ਪੀੜ੍ਹੀ ਬਚਾਉਣ ਲਈ, ਆਪਣੀਆਂ ਨਸਲਾਂ ਬਚਾਉਣ ਲਈ ਇਸ ਮਾਮਲੇ ਦੇ ਉੱਤੇ ਇੱਕ ਐਕਸ਼ਨ ਪ੍ਰੋਗਰਾਮ ਜ਼ਰੂਰ ਦੇਣਾ ਚਾਹੀਦਾ, ਤਾਂ ਕਿ ਸਿਸਟਮ ਜਿਹਨੂੰ ਘੁਣ ਲੱਗ ਚੁੱਕਿਆ, ਜਿਹਨੂੰ ਸਿਉਂਕ ਖਾ ਰਹੀ ਆ, ਉਹ ਇੱਕ ਵਾਰੀ ਫਿਰ ਤੁਸੀਂ ਉਹਨੂੰ ਠੀਕ ਟਿਕਾਣੇ ਤੇ ਲਿਆ ਸਕੋ ਤੇ ਉਹ ਕੰਮ ਕਰਨਾ ਸ਼ੁਰੂ ਕਰ ਦੇ। ਕਾਨੂੰਨ ਹੱਥ 'ਚ ਲੈਣੇ ਕਦੇ ਵੀ ਜਾਇਜ਼ ਨਹੀਂ ਹੁੰਦੇ ਤੇ ਨਾ ਕਿਹਾ ਜਾਂਦਾ ਹੈ, ਲੇਕਿਨ ਲੋਕ ਕਾਨੂੰਨ ਦੇ ਦਾਇਰਿਆਂ 'ਚ ਰਹਿ ਕੇ ਜਦੋਂ ਵਿਰੋਧ ਕਰਦੇ ਆ ਤਾਂ ਚੀਜ਼ਾਂ ਆਪਣੇ ਆਪ ਸ਼ੇਪ ਲੈ ਜਾਂਦੀਆਂ। ਭਾਸਕਰ ਸਾਹਿਬ, ਅਗਲੀ ਗੱਲ ਬੜੀ ਕਾਹਲੀ 'ਚ ਕਰਾਂਗੇ। DDPO ਜਿਹਨੇ ADC ਬਣ ਕੇ ਚਾਰਜ ਉਹਦੇ ਕੋਲ ਸੀਗਾ, ਉਹਨੇ ਜ਼ਮੀਨਾਂ ਦੇ ਫੈਸਲੇ ਕੀਤੇ, ਉਹਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਹੋਇਆ। ਦੂਜਾ ਮਾਮਲਾ ਸੋਨੀ ਸਾਹਿਬ ਦਾ, ਸਾਬਕਾ ਡਿਪਟੀ CM, ਉਹ ਅਜੇ ਵੀ ਹਸਪੀਟਲ 'ਚ ਹੈ ਔਰ ਉਹਨਾਂ ਦੀ ਪੇਸ਼ੀ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਪਾ ਰਹੀ। ਸੋ ਮੈਂ ਇਹ ਦੋ ਮਾਮਲੇ ਤੁਹਾਡੇ ਤੋਂ ਪੁੱਛਣਾ ਚਾਹੂੰਗਾ। ਆਯੁਸ਼ਮਾਨ ਇੱਕ ਸਕੀਮ ਹੈ, ਉਹਦੀ ਵੀ ਇੱਕ ਖਬਰ ਦੇਖੀ ਜਾ ਰਹੀ ਹੈ, ਜੇ ਤੁਸੀਂ ਬਹੁਤ ਕਾਹਲੀ 'ਚ ਐਡਰੈਸ ਕਰਦੇ ਹੋ ਤਾਂ। ਜੀ, ਇਸ ਤੋਂ ਪਹਿਲੇ ਮੈਂ ਬਿਲਕੁਲ ਇਹ ਕਹਿਣਾ ਚਾਹਾਂਗਾ, ਜਿਹੜੀ ਮਾਨਸਾ ਦੀ ਤੁਸੀਂ ਗੱਲ ਕੀਤੀ ਹੈ, ਉਸੇ ਟਾਈਮ ਠੀਕ ਭਗਵੰਤ ਮਾਨ ਮੁੱਖ ਮੰਤਰੀ ਉਹਨਾਂ ਧੂਰੀ ਦੇ ਵਿੱਚ ਇੱਕ ਪੋਲੀਟੀਕਲ ਜਿਹੜਾ ਸਮਾਗਮ ਨੂੰ ਐਡਰੈਸ ਕਰ ਰਹੇ ਸੀਗੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇੱਕ ਪਾਲਿਸੀ ਹੈਗੀ ਹੈ, ਅਸੀਂ 3 ਲੇਅਰ ਪਾਲਿਸੀ ਬਣਾਈ ਹੈ ਡਰੱਗ ਨੂੰ ਮੁਕਾਉਣ ਵਾਸਤੇ ਪੰਜਾਬ ਦੇ ਵਿੱਚ, ਔਰ ਉਹਦਾ ਖੁਲਾਸਾ ਹਜੇ ਇਸ ਸਟੇਜ ਨੂੰ ਅਸੀਂ ਇਸ ਕਰਕੇ ਨਹੀਂ ਕਰ ਰਹੇ, ਜੇ ਲੀਕ ਹੋ ਗਈ ਤੇ ਡਰੱਗ ਤਸਕਰ ਉਹ ਸੰਭਲ ਜਾਣਗੇ ਤੇ ਉਹ ਆਪਣੀ ਸਟ੍ਰੈਟਜੀ ਬਦਲ ਲੈਣਗੇ। ਉਹ ਕਹਿੰਦੇ 16 ਅਗਸਤ ਯਾਨੀ ਕੱਲ ਤੋਂ ਸਟ੍ਰਿਕਟ ਐਕਸ਼ਨ ਲੈਣ ਵਾਸਤੇ ਇਹ ਡਰੱਗ ਤਸਕਰਾਂ ਦੇ ਖਿਲਾਫ ਜਾਂ ਡਰੱਗ ਦੇ ਵਿੱਚ ਜੋ ਲੋਕ ਇਨਵੋਲਵ ਨੇ ਉਹਦੇ ਵਾਸਤੇ ਇੱਕ ਪਾਲਿਸੀ ਅਡਾਪਟ ਕਰਨਗੇ। ਉਮੀਦ ਹੈ ਕੋਈ ਵਾਕਈ ਇਦਾਂ ਦੀ ਪਾਲਿਸੀ ਹੋਏ, ਜਿਹੜੀ ਹਜੇ ਅੰਦਰ ਖਾਤੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ, ਹੁਣ ਉਹਨੂੰ ਬਾਹਰ ਕੱਢਣ ਦੀ ਲੋੜ ਹੈ। ਔਰ ਉਸ ਪਾਲਿਸੀ ਦੇ ਉੱਤੇ ਹਾਂਜੀ ਤੁਸੀਂ ਗੱਲ ਪੂਰੀ ਕਰ ਲਓ। ਉਹ ਆਪਣੀ ਇਸ ਪਾਲਿਸੀ ਨੂੰ ਕਦੋਂ ਇੰਪਲੀਮੈਂਟ ਕਰਨਗੇ ਔਰ ਉਹਦਾ ਕੋਈ ਅਸਰ ਵੀ ਨਜ਼ਰ ਆਏਗਾ, ਪਰ ਲੋਕਾਂ ਦੇ ਇਕੱਠ ਦਾ ਅਸਰ ਨਜ਼ਰ ਆਣਾ ਉਹ ਸ਼ੁਰੂ ਹੋ ਚੁੱਕਿਆ ਹੈ। ਭਗਵੰਤ ਮਾਨ ਸਮਰੱਥਾ ਰੱਖਦੇ ਨੇ, ਕਰ ਸਕਦੇ ਨੇ, ਮੈਨੂੰ ਨਹੀਂ ਲੱਗਦਾ ਉਹਨਾਂ ਦਾ ਕੋਈ ਨੈਕਸਸ ਹੈ, ਉਹਨਾਂ ਦੇ ਕੋਈ ਪੁਰਾਣੇ ਤਲੋਕਾਤ ਨੇ, ਮੈਨੂੰ ਲੱਗਦਾ ਉਹ ਕਰ ਸਕਦੇ ਨੇ, ਪਰ ਉਹ ਟੀਮ ਕਿਹੜੀ ਚੁਣਨਗੇ? ਪੁਲਿਸ ਵਿੱਚੋਂ ਕਿੰਨਾ ਲੋਕਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਊਗੀ? ਬੇਦਾਗ ਲੋਕ, ਅੱਗੇ ਫਰਦਰ ਉਹ ਲੋਕ ਜਿਨ੍ਹਾਂ ਦਾ ਕਦੇ ਕੋਈ ਕਿਤੇ ਨਾਤਾ ਨਾ ਰਿਹਾ ਹੋਵੇ, ਕਿੱਦਾਂ ਤੁਸੀਂ ਲੱਭ ਕੇ ਲਿਆਓਗੇ? ਬਹੁਤ ਬਰੀਕ ਛਾਨਣਾ ਲਾਉਣਾ ਪੈਣਾ। ਇਹ ਮਾਮਲਾ ਹੱਲ ਹੋਣ ਵਾਲਾ ਅੱਜ ਤੱਕ ਕਿਸੇ ਨੇ ਢੰਗ ਨਾਲ ਹੱਥ ਹੀ ਨਹੀਂ ਪਾਇਆ। ਭਾਸਕਰ ਸਾਹਿਬ, ਅਗਲੀ ਖਬਰ ਜਿਹੜੀ DDPO ਵਾਲੀ, OP ਸੋਨੀ ਵਾਲੀ ਤੇ ਆਯੁਸ਼ਮਾਨ। ਜਿੱਥੇ ਤੱਕ DDPO ਸਾਹਿਬ ਦੀ ਗੱਲ ਹੈਗੀ ਹੈ, ਕੁਲਦੀਪ ਸਿੰਘ, ਜਿਨ੍ਹਾਂ ਨੂੰ ਅਗਸਤ 10 ਨੂੰ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਚੀਫ ਸੈਕਟਰੀ ਦੀ ਰਿਕਮੈਂਡੇਸ਼ਨ ਤੋਂ ਬਾਅਦ, ਉਹਨਾਂ ਦੇ ਖਿਲਾਫ ਹੁਣ LOC ਜਾਰੀ ਹੋ ਗਿਆ, ਕਿਉਂਕਿ ਹਜੇ ਤੱਕ ਉਹ ਫੜੇ ਨਹੀਂ ਗਏ ਔਰ ਉਹਨਾਂ ਦਾ ਨਾ ਫੜੇ ਜਾਣਾ ਇਸ ਗੱਲ ਦਾ ਅੰਦੇਸ਼ਾ ਲਾਉਂਦਾ ਕਿ ਕਿਤੇ ਬਾਹਰ ਨਾ ਭੱਜ ਗਏ ਹੁਣ ਰਾਕੇਸ਼ ਕੁਮਾਰ ਸਿੰਗਲਾ ਵਰਗਾ ਜਾਂ ਹੋਰ ਜਿਹੜੇ ਫੂਡ ਸਕੈਮ ਦੇ ਵਿੱਚ ਸੀਗੇ ਜਾਂ ਢੋਆ ਢੁਆਈ ਦੇ ਕੇਸ ਦੇ ਵਿੱਚ ਸੀਗੇ, ਉਹਨਾਂ ਦੇ ਖਿਲਾਫ। ਔਰ ਇੱਕ ਜਿਹੜੀ ਬੈਨੀਫੀਸ਼ਰੀ ਹੈ ਵੀਨਾ ਪਵਾਰ, ਉਹਦੇ ਖਿਲਾਫ ਵੀ LOC ਜਾਰੀ ਕੀਤਾ ਗਿਆ। ਹੁਣ ਇਸ ਗੱਲ ਦਾ ਜ਼ਿਕਰ ਕੱਲ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਕੀਤਾ ਸੀਗਾ ਕਿ 7 ਔਰਤਾਂ ਜਿਹੜੀ 80 ਕੁ ਸਾਲ ਦੀ ਹੈਗੀਆਂ ਜਾਂ ਬਜ਼ੁਰਗ ਹੈਗੀਆਂ, ਉਹਨਾਂ ਨੂੰ ਬਤੌਰ ਬੈਨੀਫੀਸ਼ਰੀ ਬੁੱਕ ਕੀਤਾ ਗਿਆ, ਜਦ ਕਿ ਇਹ ਗੱਲ ਵੀ ਸਾਹਮਣੇ ਆ ਚੁੱਕੀ ਹੈ ਕਿ ਇਹਨਾਂ ਨੇ ਇਹ ਜਿਹੜੀ ਜ਼ਮੀਨ ਹੈਗੀ ਹੈ 35 ਏਕੜ ਜ਼ਮੀਨ 2017 ਦੇ ਵਿੱਚ ਹੀ ਇੱਕ ਵਕੀਲ ਨੂੰ ਵੇਚਤੀ ਸੀਗੀ, ਔਰ ਉਸ ਇਕਰਾਰਨਾਮੇ ਦੇ ਵਿੱਚ ਇਹ ਵੀ ਲਿਖਾ ਲਿਆ ਗਿਆ ਸੀ ਕਿ ਇਸ ਤੋਂ ਬਾਅਦ ਸ਼ਾਮਲਾਟ ਜ਼ਮੀਨ ਦੇ ਵਿੱਚ ਜਿਹੜਾ ਵੀ ਤੁਹਾਡਾ ਹਿੱਸਾ ਹੋਏਗਾ ਉਹ ਵੀ ਖਰੀਦਾਰ ਦਾ ਹੋਏਗਾ। ਔਰ ਉਸ ਤੋਂ ਬਾਅਦ ਇਹ ਜਿਹੜਾ ਕਾਲਾ ਮਾਲਾ ਜਿਹਾ ਹੋਇਆ, ਉਹਨਾਂ ਦੀ ਸ਼ਾਮਲਾਟ ਜ਼ਮੀਨ ਕੱਢੀ ਗਈ
91-92 ਏਕੜ ਕੱਢੀ ਗਈ ਔਰ ਉਹਨਾਂ ਔਰਤਾਂ ਦੇ ਨਾਂ ਤੇ ਟ੍ਰਾਂਸਫਰ ਕੀਤੀ ਗਈ ਔਰ ਇਸ ਇਕਰਾਰਨਾਮੇ ਦੇ ਅਧੀਨ ਹੀ ਉਸ ਜ਼ਮੀਨ ਨੂੰ ਵੀ ਰਜਿਸਟਰੀ ਕਰਾ ਲਈ ਗਈ ਉਸ ਵਕੀਲ ਦੇ ਪਿਤਾ ਦੇ ਨਾਂ ਤੇ। ਹੁਣ ਇਹਦੇ ਵਿੱਚ ਉਸ ਨਵੀਂ ਕੀਤੀ ਹੋਈ ਰਜਿਸਟਰੀ ਦੇ ਵਿੱਚ ਉਹਨਾਂ ਔਰਤਾਂ ਦੀ ਫੋਟੋ ਵੀ ਨਹੀਂ ਹੈ ਔਰ ਇਹ ਉਹਨਾਂ ਔਰਤਾਂ ਦਾ ਵੀ ਕਹਿਣਾ, ਉਹਨਾਂ ਦੇ ਪਰਿਵਾਰਾਂ ਦਾ ਕਹਿਣਾ ਹੈਗਾ। ਇਹ ਸਾਰੀ ਗੱਲਾਂ ਦੇ ਵਿੱਚ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ, ਹਜੇ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਸਿਰਫ ਉਹ ਔਰਤਾਂ ਨੂੰ ਬੈਨੀਫੀਸ਼ੀਅਰੀ ਦੇ ਤੌਰ ਤੇ ਦਿਖਾਇਆ ਜਾ ਰਿਹਾ, ਜਦ ਕਿ ਬੈਨੀਫੀਸ਼ੀਅਰੀ ਅਸਲ ਦੇ ਵਿੱਚ ਕੋਈ ਹੋਰ ਹੈਗਾ। ਔਰ ਦੂਜੀ ਗੱਲ ਕਰੀਏ ਓਪੀ ਸੋਨੀ ਉਹਨਾਂ ਦੀ ਬੇਲ ਐਪਲੀਕੇਸ਼ਨ ਪੈਂਡਿੰਗ ਹੈਗੀ ਹੈ। ਉਹਨਾਂ ਨੇ ਬੇਲ ਵਾਸਤੇ ਅਪਲਾਈ ਕੀਤਾ ਹੈ, ਪਰ ਕੱਲ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਹੋ ਪਾਏ ਕਿਉਂਕਿ ਉਹ ਹਜੇ ਵੀ ਹਸਪੀਟਲ ਦੇ ਵਿੱਚ ਹੈਗੇ, ਉਹਨਾਂ ਦੀ ਤਬੀਅਤ ਨਾਸਾਜ਼ ਹੈ। ਪਰ ਉਸ ਬੇਲ ਐਪਲੀਕੇਸ਼ਨ ਦੇ ਉੱਤੇ ਕੀ ਡਿਸੀਜਨ ਹੁੰਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ। ਬਾਕੀ ਗੱਲ ਕਰੀਏ ਆਯੁਸ਼ਮਾਨ ਸਕੀਮ ਦੇ ਉੱਤੇ ਰੰਧਾਵਾ ਜੀ, ਕੁਝ ਦਿਨ ਪਹਿਲੇ ਵੀ ਅਸੀਂ ਇਹ ਚਰਚਾ ਕੀਤੀ ਸੀ ਕਿ ਕੈਗ ਦੀ ਰਿਪੋਰਟ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ 3 ਸੂਬਿਆਂ ਦੇ ਵਿੱਚ ਮਰੇ ਹੋਏ ਲੋਕਾਂ ਦਾ ਇਲਾਜ ਦਿਖਾਉਂਦੇ ਹੋਏ ਲੱਖਾਂ ਰੁਪਏ ਦੀ ਲੁੱਟ ਮਚੀ ਔਰ ਲੁੱਟ ਵੀ ਹਸਪੀਟਲਸ ਨੇ ਮਚਾਈ। ਔਰ ਉਸ ਤੋਂ ਬਾਅਦ ਇਸ ਸਕੀਮ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਲੱਗਿਆ ਸੀਗਾ। ਹੁਣ ਇਸ ਸਕੀਮ ਨੂੰ ਰਿਵਾਈਵ ਕਰਨ ਦੀ ਗੱਲ ਚੱਲ ਰਹੀ ਹੈ। ਹਰਿਆਣਾ ਨੇ ਪਿਛਲੇ ਦਿਨਾਂ ਦੇ ਵਿੱਚ ਡਿਸੀਜਨ ਲਿੱਤਾ ਹੈ ਕਿ ਇੱਕ ਆਯੁਸ਼ਮਾਨ ਭਾਰਤ ਜਿਹੜੀ ਬੀਮਾ ਸਕੀਮ ਹੈ ਉਹਦੇ ਵਿੱਚ ਐਲੀਜੀਬਿਲਿਟੀ 1,80,000 ਰੁਪਏ ਪਰ ਐਨਮ ਇਨਕਮ ਤੋਂ ਵਧਾ ਕੇ 3 ਲੱਖ ਤੱਕ ਦੀ ਇਨਕਮ ਕਰ ਦਿੱਤੀ ਗਈ ਹੈ। ਪੰਜਾਬ ਨੇ ਇਸ ਮਾਮਲੇ ਦੇ ਵਿੱਚ ਹਜੇ ਡਿਸੀਜਨ ਲੈਣਾ ਹੈ, ਪਰ ਹਾਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਾਈਵੇਟ ਕੰਪਨੀਜ਼ ਗਵਰਨਮੈਂਟ ਕੰਪਨੀਜ਼ ਨੂੰ ਇੱਕ ਤਰੀਕੇ ਨਾਲ ਮਾਤ ਦੇ ਰਹੀ ਹੈ ਇਸ ਆਯੁਸ਼ਮਾਨ ਭਾਰਤ ਦੀ ਸਕੀਮ ਦਾ ਇੱਕ ਤਰੀਕੇ ਨਾਲ ਠੇਕਾ ਲੈਣ ਵਾਸਤੇ। ਰਿਲਾਇੰਸ ਇੰਡਸਟਰੀ ਮੇਘਾਲਿਆ ਦੇ ਵਿੱਚ ਉਹਨੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਨੂੰ ਆਊਟਬਿਡ ਕੀਤਾ ਹੈ ਔਰ ਦੂਜੇ ਪਾਸੇ ਗੁਜਰਾਤ ਦੇ ਵਿੱਚ ਹੀ ਪ੍ਰਾਈਵੇਟ ਕੰਪਨੀ ਬਜਾਜ ਅਲਾਈਅੰਸ ਇੰਸ਼ੋਰੈਂਸ, ਉਹਨਾਂ ਨੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਨੂੰ ਮਾਤ ਦੇ ਕੇ ਇਹ ਠੇਕਾ ਲਿੱਤਾ। ਔਰ ਬਾਕੀ ਜਗ੍ਹਾ ਦੇ ਉੱਤੇ ਹਜੇ ਡਿਸੀਜਨ ਹੋਣਾ ਹੈ ਕਿ ਇਹ ਟਰਸਟ, ਜਿਹਦਾ ਪੰਜਾਬ ਦੀ ਗੱਲ ਕਰੀਏ, ਪੰਜਾਬ ਇਸ ਸਕੀਮ ਨੂੰ ਟਰਸਟ ਨੂੰ ਦੇਣਾ ਚਾਹੁੰਦਾ ਹੈ ਔਰ ਦੂਜੇ ਪਾਸੇ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਜ਼ ਔਰ ਗਵਰਨਮੈਂਟ ਇੰਸ਼ੋਰੈਂਸ ਕੰਪਨੀਜ਼ ਨੂੰ ਆਊਟਬਿਡ ਕਰ ਰਹੀ ਹੈ ਇਹ ਠੇਕੇ ਲੈਣ ਵਾਸਤੇ। ਉਹਦੇ ਰਾਹੀਂ ਇਹ ਗੱਲ ਤੇ ਸਾਬਿਤ ਹੁੰਦੀ ਹੈ ਕਿ ਮਰੇ ਹੋਏ ਲੋਕਾਂ ਦੇ ਜਿਹੜੇ ਇਲਾਜ ਦੇ ਵਿੱਚ ਇਹ ਪੈਸੇ ਪੰਜਾਬ, ਹਰਿਆਣਾ, ਹਿਮਾਚਲ ਦੇ ਵਿੱਚ ਲੁੱਟੇ ਗਏ, ਉਹਦਾ ਅਸਰ ਕੀ ਪ੍ਰਾਈਵੇਟ ਕੰਪਨੀਜ਼ ਦੇ ਉੱਤੇ ਨਹੀਂ ਪੈ ਰਿਹਾ? ਕਿਉਂ ਇੰਨਾ ਇੰਟਰਸਟਿਡ ਹੈਗੇ ਨੇ ਕਿ ਇਸ ਸਕੀਮ ਜਾਂ ਇਸ ਠੇਕੇ ਨੂੰ ਆਪਣੇ ਪੱਖ 'ਚ ਲੈਣ? ਇਹ ਸਾਰੀ ਗੱਲਾਂ ਦੇ ਉੱਤੇ ਅੱਗੇ ਚੱਲ ਕੇ ਜਦ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਏਗਾ, ਇੱਕ ਵਾਰ ਹੋਰ ਡਿਸਕਸ਼ਨ ਕਰਾਂਗੇ। ਲੋਕਾਂ ਨੂੰ ਸਹੂਲਤ ਜਲਦੀ ਤੋਂ ਜਲਦੀ ਮਿਲਣੀ ਚਾਹੀਦੀ ਹੈ ਤਾਂ ਕਿ ਲੋਕਾਂ ਦੇ ਇਲਾਜ ਠੀਕ ਤਰੀਕੇ ਨਾਲ ਹੋਣੇ ਸ਼ੁਰੂ ਹੋਣ। ਇੰਦਰਪ੍ਰੀਤ ਜੀ, ਕੋਇਲਾ ਕੂਕਦੀਆਂ ਮਾਈ ਆਵੇ ਕੋਇਲਾ ਕੂਕਦੀਆਂ ਹੈ, ਪਿੱਛੇ ਕੋਇਲਾ ਕੂਕਦੀਆਂ, ਮਾਹੌਲ ਤਾਂ ਥੋੜਾ ਜਿਹਾ ਹਰਿਆਲੀ ਵਾਲਾ ਹੀ ਹੈ ਤੇ ਨਾਲ ਮੈਨੂੰ ਲੱਗਦਾ ਹੁਮਸ ਵੀ ਹੈ, ਪਸੀਨਾ ਵੀ ਆ ਰਿਹਾ, ਤੌਲੀਆ ਵਰਤਿਆ ਜਾ ਰਿਹਾ। ਮੈਨੂੰ ਜ਼ਰੂਰ ਦੱਸਿਓ, ਕੱਲ ਰਕੇਸ਼ ਟਕੈਤ ਪੰਜਾਬ ਦੇ ਵਿੱਚ ਸੀਗੇ ਔਰ ਉਹ ਸਤਨਾਮ ਮਾਣਕ ਹੋਣਾ ਦੀ ਜਿਹੜੀ ਫੋਕਲੋਰ ਅਕੈਡਮੀ ਆ, ਜਿਹੜੀ ਲਗਾਤਾਰ 14 ਤਰੀਕ ਨੂੰ ਮੋਮਬੱਤੀਆਂ ਜਗਾ ਕੇ ਦੋਵਾਂ ਦੇਸ਼ਾਂ ਦੇ ਵਿੱਚ ਰਿਸ਼ਤੇ ਸੁਖਾਵੇਂ ਹੋਣ ਦੀ ਕਾਮਨਾ ਕਰਦੀ ਆ, ਜਿਹਦੇ ਵਿੱਚ ਕਾਫੀ ਅਹਿਮ ਲੋਕ ਹਰ ਵਾਰੀ ਮੋਮਬੱਤੀਆਂ ਜਗਾਉਂਦੇ ਆ। ਭਾਵੇਂ ਬਹੁਤ ਔਖੀਆਂ ਹੀ ਅੱਜ ਕੱਲ ਇਸ ਤਰ੍ਹਾਂ ਦੇ ਰਿਸ਼ਤਿਆਂ ਲਈ ਪਰਮਿਸ਼ਨਾਂ ਵੀ ਮਿਲਦੀਆਂ। ਖੈਰ, ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਰਕੇਸ਼ ਟਕੈਤ ਉਸ ਮੌਕੇ ਹਾਜ਼ਰ ਸੀ। ਉਹ ਕਹਿੰਦੇ ਇਸ ਖਿੱਤੇ ਨੂੰ ਬਚਾਉਣਾ ਹੈ ਤਾਂ ਬਾਰਡਰ ਖੋਲੋ, ਵਪਾਰ ਸ਼ੁਰੂ ਕਰੋ। ਮੈਨੂੰ ਲੱਗਦਾ ਸਾਨੂੰ ਇਹਨੂੰ ਇੰਡੋਸ ਕਰਨਾ ਚਾਹੀਦਾ, ਸਾਨੂੰ ਇਹਦੇ ਤੇ ਕੁਝ ਇੱਕ ਅੱਧ ਮਿੰਟ ਤੇ ਜ਼ਰੂਰ ਆਪਣੀ ਗੱਲ ਰੱਖ ਦਿਓ। ਬਿਲਕੁਲ ਰੰਧਾਵਾ ਸਾਹਿਬ, ਇਹ ਜਿੰਨਾ ਗੰਭੀਰ ਇਸ਼ੂ ਆ ਪੰਜਾਬ ਵਾਸਤੇ, ਮੈਨੂੰ ਲੱਗਦਾ ਕਿ ਅਸੀਂ ਉਨੀ ਸ਼ਿੱਦਤ ਨਾਲ ਇਸ ਨੂੰ ਲੈ ਹੀ ਨਹੀਂ ਰਹੇ। ਦੇਖੋ, ਪੰਜਾਬ ਸਰਵਾਈਵ ਨਹੀਂ ਕਰ ਸਕਦਾ ਕਿ ਇਹ ਬਾਰਡਰਸ ਨਾ ਖੁੱਲਣ, ਕਿਉਂਕਿ ਅਸੀਂ ਲੈਂਡਲੌਕ ਸਟੇਟ ਆ। 3 ਪਾਸੇ ਤੁਹਾਨੂੰ ਆਪਾਂ ਪਹਿਲਾਂ ਵੀ ਚਰਚਾ ਕਰ ਚੁੱਕੇ ਕਿ ਟੈਕਸ ਹੌਲੀਡੇਜ਼ ਹੈਗੇ ਆ ਔਰ ਦੂਜੇ ਪਾਸੇ ਪਾਕਿਸਤਾਨ ਬਾਰਡਰ ਹੈ, ਉਹ ਲੈਂਡਲੌਕ ਹੈ, ਬਿਲਕੁਲ ਬੰਦ ਪਿਆ, ਅਸੀਂ ਉੱਧਰ ਜਾ ਨਹੀਂ ਸਕਦੇ। ਤਾਂ ਸਾਡਾ ਪੰਜਾਬ ਜਾਏਗਾ ਕਿੱਥੇ? ਜਿਹੜੀਆਂ ਦੂਜੀਆਂ ਸਟੇਟਾਂ ਨੇ, ਚਾਹੇ ਉਹ ਤਾਮਿਲਨਾਡੂ ਹੋਵੇ, ਚਾਹੇ ਆਂਧਰਾ ਹੋਵੇ, ਜਿੱਥੇ ਜਿਹੜੀਆਂ ਵੀ ਫੂਡ ਜਿਨ੍ਹਾਂ ਤੋਂ ਕੋਲ ਘੱਟ ਹੈਗਾ, ਉਹ ਅੱਜ ਕੱਲ੍ਹ ਤਰਜੀਹ ਦੇ ਰਹੀਆਂ ਨੇ ਮੱਧ ਪ੍ਰਦੇਸ਼ ਨੂੰ। ਉਹ ਕਹਿ ਰਹੇ ਵੀ ਉੱਥੋਂ ਸਾਨੂੰ ਸਸਤਾ ਪੈਂਦਾ। ਤਾਂ ਫਿਰ ਇਸ ਸਥਿਤੀ 'ਚ ਜਿਹੜੇ ਕਣਕਾਂ ਦੇ ਢੇਰ ਜਾਂ ਚਾਵਲਾਂ ਦਾ ਢੇਰ ਲਾਈ ਜਾ ਰਹੇ ਹਾਂ, ਉਹ ਤਾਂ ਸਾਨੂੰ ਬਹੁਤ ਬਰਬਾਦ ਕਰ ਦੇਗਾ। ਸੋ ਮੈਨੂੰ ਲੱਗਦਾ ਕਿ ਇੱਕ ਕਿਸਾਨ ਨੇਤਾ ਦੇ ਤੌਰ ਤੇ ਜਿਹੜਾ ਟਕੈਤ ਸਾਹਿਬ ਨੇ ਇੱਕ ਮਤਲਬ ਹਾਂ ਦਾ ਨਾਅਰਾ ਜਾਂ ਮਾਰਿਆ ਪੰਜਾਬ ਦੇ ਲਈ, ਉਹ ਬਹੁਤ ਇੰਪੋਰਟੈਂਟ ਹੈ। ਔਰ ਸਾਰੀਆਂ ਜਿੰਨੀਆਂ ਕਿਸਾਨ ਯੂਨੀਅਨਾਂ ਹੈਗੀਆਂ ਨੇ, ਉਹਨਾਂ ਨੂੰ ਇਸ ਨੂੰ ਇੱਕ ਤਰ੍ਹਾਂ ਦਾ ਲੈਣਾ ਚਾਹੀਦਾ ਵੀ ਹਾਂ ਸਾਡੇ ਲਈ ਖੜਾ ਬੰਦਾ, ਤਾਂ ਉਹ ਉਹਦੇ ਬੈਕ ਤੇ ਆਣ। ਜਿਸ ਤਰ੍ਹਾਂ ਤੁਹਾਨੂੰ ਯਾਦ ਹੋਊਗਾ, ਇੱਕ ਵਾਰੀ ਇਸੇ ਤਰ੍ਹਾਂ ਦਾ ਡਿਸੀਜਨ ਭੁਪਿੰਦਰ ਸਿੰਘ ਮਾਨ ਹੋਣਾ ਨੇ ਲਿੱਤਾ ਸੀਗਾ ਵੀ ਜੇ ਬਾਰਡਰ ਖੋਲੋ, ਨਹੀਂ ਤਾਂ ਅਸੀਂ ਟਰੈਕਟਰ ਉੱਧਰ, ਮਤਲਬ ਟਰੈਕਟਰਾਂ ਦੇ ਮੂੰਹ ਉੱਧਰ ਮੋੜ ਦੇਣੇ ਆ। ਤਾਂ ਸਰਕਾਰ ਹਿੱਲ ਜਾਂਦੀ ਹੈ ਕਈ ਵਾਰ ਇਸ ਤਰ੍ਹਾਂ ਦੇ ਫੈਸਲਿਆਂ ਤੋਂ। ਸੋ ਮੈਨੂੰ ਲੱਗਦਾ ਕਿ
ਮੌਕਾ ਸਾਡੇ ਕੋਲ ਫਿਰ ਉਸੇ ਤਰ੍ਹਾਂ ਦਾ ਹੀ ਆ ਗਿਆ ਵੀ ਜਾਂ ਤਾਂ ਇਹ ਬਾਰਡਰਸ ਖੋਲੇ ਜਾਣ, ਨਹੀਂ ਤਾਂ ਅਸੀਂ ਉਧਰ ਮੂਵ ਕਰ ਦਾਂਗੇ। ਸੋ ਮੈਨੂੰ ਇਹ ਕਈ ਵਾਰ ਚੀਜ਼ਾਂ ਸਮਝ ਨਹੀਂ ਆਉਂਦੀ ਵੀ ਅਸੀਂ ਇਧਰਲਾ ਵਪਾਰ ਤਾਂ ਬੰਦ ਕਰ ਦਿੰਦੇ ਹਾਂ ਪਰ ਬੰਬੇ ਕਰਾਚੀ ਵਾਲਾ ਉਸੇ ਤਰ੍ਹਾਂ ਹੀ ਜਾਰੀ ਰੱਖਦੇ ਹਾਂ, ਕਿਉਂਕਿ ਇਹ ਦੋਨੋਂ ਕੰਟਰੀਆਂ ਦੀਆਂ ਜਿਹੜੀਆਂ ਮਜ਼ਬੂਤ ਲੌਬੀਆਂ ਨੇ ਕਾਰਪੋਰੇਟਸ ਘਰਾਣਿਆਂ ਦੀਆਂ, ਉਹ ਸਾਨੂੰ ਇੱਧਰ ਕਰਨ ਨਹੀਂ ਦਿੰਦੀਆਂ। ਉਹ ਸਿਰਫ ਔਰ ਸਿਰਫ ਲੋਕ ਸ਼ਕਤੀ ਨਾਲ ਹੀ ਉਹਨਾਂ ਨੂੰ ਢਾਇਆ ਜਾ ਸਕਦਾ ਹੈ, ਤੇ ਲੋਕ ਸ਼ਕਤੀ ਤਾਂ ਕਿਸਾਨਾਂ ਦੇ ਕੋਲ ਹੀ ਹੈਗੀ ਹੈ। ਤੇ ਉਸ ਲੋਕ ਸ਼ਕਤੀ ਜਿਵੇਂ ਉੱਤੇ ਡਰੱਗਸ ਦੇ ਉੱਤੇ ਮੈਂ ਕਿਹਾ ਵੀ ਉਹ ਇਕੱਠੀ ਹੋ ਗਈ ਹੈ ਤਾਂ ਜ਼ਰੂਰ ਕਿਸੇ ਸਿਰੇ ਚੜੇਗੀ, ਤੇ ਇਸੇ ਤਰ੍ਹਾਂ ਦੀ ਲੋਕ ਸ਼ਕਤੀ ਇਸ ਪਾਸੇ ਵੱਲ ਵੀ ਹੋਣੀ ਚਾਹੀਦੀ ਹੈ। ਇਸ ਖਿੱਤੇ ਦੇ ਲੋਕਾਂ ਨੂੰ ਤੈਅ ਕਰ ਦੇਣਾ ਚਾਹੀਦਾ ਵੀ ਅਸੀਂ ਸਿਰਫ ਉਸ ਸਰਕਾਰ ਦਾ ਹੀ ਵੋਟਾਂ 'ਚ ਸਾਥ ਦੇਵਾਂਗੇ ਜਿਹੜਾ ਇਹਨਾਂ ਬਾਰਡਰਸ ਨੂੰ ਖੁਲਵਾਏਗਾ। ਬਿਲਕੁਲ ਭਾਸਕਰ ਸਾਹਿਬ, ਬੜੀ ਕਾਹਲੀ ਦੇ ਵਿੱਚ ਸੁਪਰੀਮ ਕੋਰਟ ਕੱਲ ਮੀਡੀਆ ਦੇ ਉੱਤੇ ਟਿੱਪਣੀ ਕਰਦਿਆਂ ਸਾਨੂੰ ਸਾਰੇ ਲੋਕਾਂ ਨੂੰ ਕਟਹਿਰੇ 'ਚ ਖੜਾ ਕਰਦਿਆਂ ਸੁਚੇਤ ਵੀ ਕਰ ਰਹੀ ਸੀ। ਮੈਨੂੰ ਇਹ ਚੰਗਾ ਲੱਗਿਆ ਕਿ ਸੈਂਸੇਸ਼ਨ, ਅਸੀਂ ਅਕਸਰ ਸਨਸਨੀ ਦੇ ਸ਼ਿਕਾਰ ਹੋ ਜਾਂਦੇ ਆ ਔਰ ਸਾਡਾ ਸਾਰਿਆਂ ਦਾ ਧਿਆਨ ਵੀ ਸੋਸ਼ਲ ਮੀਡੀਆ ਤੇ ਉਸੇ ਖਬਰ ਤੇ ਜਾਂਦਾ ਹੈ। ਕੰਸਟਰਕਟਿਵ ਖਬਰ, ਅਸਾਰੂ ਖਬਰ, ਪੋਜ਼ਿਟਿਵ ਖਬਰ, ਅਸੀਂ ਉਹਦੀ ਬਜਾਏ ਨੈਗੇਟਿਵ ਖਬਰ ਵੱਲ ਜਾਂਦੇ ਆ। ਅਸੀਂ ਉਸ ਖਬਰ ਵੱਲ ਜਾਂਦੇ ਆ ਜਿਹਦੇ ਵਿੱਚ ਸਨਸਨੀ ਹੁੰਦੀ ਆ, ਕੀ ਹੋਇਆ, ਸਾਡੀ ਜਗਿਆਸਾ, ਸਾਡੀ ਕਿਉਰਿਓਸਿਟੀ ਸਾਨੂੰ ਉਧਰ ਖਿੱਚ ਕੇ ਲੈ ਜਾਂਦੀ ਆ। ਇਹਦਾ ਹੀ ਨਜਾਇਜ਼ ਫਾਇਦਾ ਚੱਕਿਆ ਜਾਂਦਾ। ਸੁਪਰੀਮ ਕੋਰਟ ਕੀ ਕਹਿ ਰਹੀ ਆ, ਮੀਡੀਆ ਘਰਾਣਿਆਂ ਤੇ ਉਹ ਸੈਂਸਰਸ਼ਿਪ ਨਹੀਂ ਕਹਿੰਦੇ, ਸਨਸਨੀ ਦੇ ਉੱਤੇ ਉਹ ਖਫਾ ਨੇ, ਕੀ ਕਹਿੰਦੇ ਹੋ? ਜੀ ਬਿਲਕੁਲ, ਜਿਸ ਤਰੀਕੇ ਨਾਲ ਮੀਡੀਆ ਚੈਨਲ ਦੇ ਉੱਤੇ ਸਨਸਨੀ ਦੀ ਗੱਲ ਹੁੰਦੀ ਹੈ, ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀਗੀ। ਡੀ.ਵਾਈ. ਚੰਦਰਚੂੜ ਜਿਹੜੇ ਚੀਫ ਜਸਟਿਸ ਹੈਗੇ ਨੇ, ਔਰ ਪਾਰਦੀਵਾਲਾ ਜੱਜ ਜੇ.ਬੀ. ਪਾਰਦੀਵਾਲਾ ਔਰ ਮਨੋਜ ਮਿਸ਼ਰਾ, ਇਹ ਤਿੰਨ ਜਸਟਿਸ ਸੀਗੇ। ਇਹਨਾਂ ਨੇ ਇਸ ਮੁੱਦੇ ਦੀ ਸੁਣਵਾਈ ਕਰਦੇ ਹੋਏ 1 ਲੱਖ ਰੁਪਇਆ ਜੁਰਮਾਨਾ ਔਰ ਸੈਲਫ ਰੈਗੂਲੇਸ਼ਨ ਦੀ ਗੱਲ ਕੀਤੀ, ਕਿਉਂਕਿ ਹਜੇ ਤੱਕ ਇਸ ਤਰੀਕੇ ਦੇ ਕੇਸਿਸ ਦੇ ਵਿੱਚ ਜਿਹਦੇ ਵਿੱਚ ਸੈਂਸੇਸ਼ਨਲਾਈਜੇਸ਼ਨ ਕੀਤਾ ਕ੍ਰਾਈਮ ਦੇ ਕੇਸਿਸ ਨੂੰ, ਉਹਦੇ ਵਿੱਚ 1 ਲੱਖ ਰੁਪਏ ਜੁਰਮਾਨੇ ਦਾ ਪ੍ਰੋਵੀਜ਼ਨ ਹੈਗਾ। ਜਿਹੜੀ ਉਹ ਐਸੋਸੀਏਸ਼ਨ ਹੈਗੀ ਹੈ ਮੀਡੀਆ ਦੀ, ਉਹਨਾਂ ਨੇ ਕਿਹਾ ਜੀ ਸਾਡੇ ਕੋਲ ਫਿਲਹਾਲ 1 ਲੱਖ ਦਾ ਪ੍ਰੋਵੀਜ਼ਨ ਦਾ ਹੈਗਾ। ਕਹਿੰਦੇ ਨੇ 1 ਲੱਖ ਪ੍ਰੋਵੀਜ਼ਨ ਦੇ ਰਾਹੀਂ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਚੈਨਲ ਜਿਹੜੇ ਖਾਸ ਕਰਕੇ ਸੁਸ਼ਾਂਤ ਰਾਜਪੂਤ ਦੇ ਕੇਸ ਨੂੰ ਉਹਨਾਂ ਨੇ ਮੈਂਸ਼ਨ ਵੀ ਕੀਤਾ ਕਿ ਉਸ ਕੇਸ ਦੇ ਵਿੱਚ ਜਿਸ ਤਰੀਕੇ ਨਾਲ ਸੁਸਾਈਡ ਔਰ ਮਰਡਰ ਦੇ ਮੁੱਦੇ ਦੇ ਉੱਤੇ ਮੀਡੀਆ ਨੇ ਆਪਣੀ ਇਨਵੈਸਟੀਗੇਸ਼ਨ, ਯਾਨੀ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਪਹਿਲੇ ਆਪਣੀ ਇਨਵੈਸਟੀਗੇਸ਼ਨ ਦਾ ਸਿੱਟਾ ਦੱਸਣਾ ਤੇ ਕੱਢਣਾ ਸ਼ੁਰੂ ਕੀਤਾ, ਉਹਦੇ ਨਾਲ ਕੇਸ ਪ੍ਰਭਾਵਿਤ ਹੋਇਆ। ਇਹ ਸਿਰਫ ਇੱਕ ਕੇਸ ਹੈ, ਜਦ ਕਿ ਮੀਡੀਆ ਟ੍ਰਾਇਲ ਸ਼ਬਦ ਦਾ ਇਸਤੇਮਾਲ ਅੱਜ ਕੱਲ ਅਦਾਲਤਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦਾ ਹੈ ਕਿ ਜਨਾਬ ਕਿਉਂਕਿ ਪਟੀਸ਼ਨਰ ਇਹ ਗੱਲ ਕਹਿੰਦੇ ਨੇ ਕਿ ਜੀ ਇਸ ਕੇਸ ਦੇ ਉੱਤੇ ਮੀਡੀਆ ਟ੍ਰਾਇਲ ਹੋ ਰਹੀ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹਦੀ ਇਨਵੈਸਟੀਗੇਸ਼ਨ ਜਾਂ ਇਹ ਫਲਾਨੀ ਅਦਾਲਤ ਦੇ ਵਿੱਚ ਇਹਦੀ ਸੁਣਵਾਈ ਹੋਏ ਔਰ ਮੀਡੀਆ ਟ੍ਰਾਇਲ ਦੇ ਉੱਤੇ ਰੋਕ ਲਾਈ ਜਾ ਸਕੇ। ਇਸ ਮੁੱਦੇ ਦੇ ਉੱਤੇ ਅਦਾਲਤ ਖਾਸ ਕਰਕੇ ਸੁਪਰੀਮ ਕੋਰਟ ਸੀਰੀਅਸ ਨਜ਼ਰ ਆਇਆ। ਸੈਲਫ ਰੈਗੂਲੇਸ਼ਨ ਦੀ ਥਾਂ ਦੇ ਉੱਤੇ ਕੁਝ ਐਦਾਂ ਦਾ ਸਿਸਟਮ ਕ੍ਰੀਏਟ ਕਰਨ ਦੀ ਗੱਲਾਂ ਤੁਰੀ ਹੈ, ਜਿਹਦੇ ਰਾਹੀਂ ਐਦਾਂ ਦੇ ਚੈਨਲਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਸਕੀਏ। ਸਿਰਫ 1 ਲੱਖ ਰੁਪਏ ਪੈਨਲਟੀ ਦੇਣ ਨਾਲ ਇਹ ਗੱਲ ਨਹੀਂ ਬਣਦੀ, ਕਿਉਂਕਿ ਜੋ ਲੋਕ ਜਾਂ ਜਿਨ੍ਹਾਂ ਦੇ ਬਾਰੇ 'ਚ ਇਸ ਤਰੀਕੇ ਦਾ ਮੀਡੀਆ ਟ੍ਰਾਇਲ ਹੁੰਦਾ ਹੈ ਜਾਂ ਟਿੱਪਣੀਆਂ ਹੁੰਦੀਆਂ ਜਾਂ ਮੀਡੀਆ ਦੀ ਇਨਵੈਸਟੀਗੇਸ਼ਨ ਹੁੰਦੀ ਹੈ, ਉਹਨਾਂ ਦੇ ਜੀਵਨ ਦੇ ਉੱਤੇ ਇਹਦਾ ਕੀ ਅਸਰ ਪੈਂਦਾ ਹੈ, ਇਹਨੂੰ ਤੁਸੀਂ ਮੀਡੀਆ ਜਾਂ ਫਰੀडम ਆਫ ਐਕਸਪ੍ਰੈਸ਼ਨ ਦੀ ਆੜ ਦੇ ਵਿੱਚ ਅਲਾਉ ਨਹੀਂ ਕਰ ਸਕਦੇ। ਇਸ ਗੱਲ ਦਾ ਜ਼ਿਕਰ ਕੱਲ ਸੁਪਰੀਮ ਕੋਰਟ ਦੇ ਵਿੱਚ ਹੋਇਆ। ਇੰਦਰਪ੍ਰੀਤ ਜੀ, ਟਿੱਪਣੀ? ਮੈਂ ਭਾਸਕਰ ਸਾਹਿਬ ਨੇ ਵੈਸੇ ਲੰਬੀ ਚੌੜੀ ਟਿੱਪਣੀ ਕਰ ਹੀ ਦਿੱਤੀ ਹੈ, ਪਰ ਇਹ ਗੱਲ ਬਿਲਕੁਲ ਠੀਕ ਹੈ। ਅਸੀਂ ਜਿਹੜੇ ਰੀਅਲ ਇਸ਼ੂਜ਼ ਹੈਗੇ ਨੇ, ਲੋਕਾਂ ਦੇ ਜਿਹੜੇ ਇਸ਼ੂਜ਼ ਹੈਗੇ ਨੇ, ਸਾਡੇ ਟੀਵੀ ਚੈਨਲਾਂ ਤੋਂ ਤਕਰੀਬਨ ਉਹ ਗਾਇਬ ਨੇ। ਮੈਂ ਕਦੇ ਕਿਸੇ ਟੀਵੀ ਚੈਨਲ ਤੇ ਇਹ ਰੀਅਲ ਇਸ਼ੂਜ਼ ਦੇ ਉੱਤੇ ਗੱਲ ਕਰਦੇ ਜਾਂ ਕਿਸੇ ਨੂੰ ਸੁਣਦੇ ਨਹੀਂ ਦੇਖਿਆ। ਤੇ ਤੁਸੀਂ ਇਹ ਵੀ ਦੇਖੋ ਵੀ ਜਿਹੜੇ ਪੱਤਰਕਾਰ ਉਸ ਤਰ੍ਹਾਂ ਦੀ ਜਰਨਲਿਜ਼ਮ ਕਰਦੇ ਸੀ ਜਾਂ ਕਰਨਾ ਚਾਹੁੰਦੇ ਸੀਗੇ, ਉਹ ਵੀ ਕੀ ਕਰਕੇ ਬਾਹਰ ਹੋ ਗਿਆ। ਚਾਹੇ ਉਹ ਤੁਸੀਂ ਰਵੀਸ਼ ਕੁਮਾਰ ਦਾ ਜ਼ਿਕਰ ਕਰ ਲਓ, ਚਾਹੇ ਪ੍ਰਸੰਨ ਵਾਜਪੇਈ ਦਾ ਜ਼ਿਕਰ ਕਰ ਲਓ, ਜਿਹੜੇ ਵੀ ਲੋਕਾਂ ਦੀ ਗੱਲ ਕਰਦੇ ਸੀਗੇ ਉਹ ਅੱਜ ਤੁਹਾਨੂੰ ਉਹ ਟੀਵੀ ਚੈਨਲਾਂ ਤੇ ਨਹੀਂ ਦਿਖਣਗੇ। ਸਿਰਫ ਉਹੀ ਬੰਦੇ ਦਿਖਣਗੇ ਜਿਹੜੇ ਮੁੱਦਿਆਂ ਨੂੰ ਬਿਨਾਂ ਮਤਲਬ ਤੋਂ ਸੰਵੇਦਨਸ਼ੀਲ ਬਣਾ ਕੇ ਸਮਾਜ ਦਾ ਜਿਹੜਾ ਮਾਹੌਲ ਹੈ ਉਹ ਗੰਦਲਾ ਕਰ ਲਿਆ ਤੇ ਜ਼ਹਿਰੀਲਾ ਕਰ ਰਿਹਾ ਜੀ। ਖਬਰ ਤਾਂ ਸਾਡੇ ਕੋਲ IMA ਦੀ ਹੈ, ਲੇਕਿਨ ਮੈਨੂੰ ਲੱਗਦਾ ਸਮੇਂ ਦੀ ਕਿੱਲਤ ਕਰਕੇ ਅਸੀਂ ਅਗਲੇ ਪ੍ਰੋਗਰਾਮ ਲਈ ਇਹਨੂੰ ਛੱਡ ਦਿੰਦੇ ਹਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।